Cummins ISX Volvo Mercedes Sprinter ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519 622 0660 519622 0660 QTL because we care. Quick Truck Lube. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days बाई वीकली ते चंगी तनख्वाह दिंदे आ और हाँ सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501 ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 85560 02071। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਵਾਸ਼ਿੰਗਟਨ ਫਰੇਟ ਸਰਵਿਸ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਜੇਕਰ ਤੁਸੀਂ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤੇ ਲੋਕਲ ਹੀ ਜੋਬ ਚਾਹੁੰਦੇ ਹੋ ਤਾਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਬੇਕਰਸਵੀਲ ਏਰੀਆ 'ਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਜਤਿੰਦਰ ਸਿੰਘ ਤੂਰ ਹੋਰਾਂ ਨਾਲ 6617541722 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਕਹਿੰਦੇ ਮੋਦੀ ਜੀ ਬਾਰੇ ਬਹੁਤ ਕੁਝ ਲੋਕਾਂ ਨੂੰ ਪਹਿਲਾਂ ਹੀ ਪਤਾ ਹੁੰਦਾ, ਹੁਣ ਤਾਂ ਸਮਝ ਗਏ ਨੇ, ਰਾਗ ਇੱਕ ਇੱਕ ਰਾਗ ਸਮਝ ਗਏ ਨੇ। ਕੰਗਣਾ ਇੱਕ ਅਜਿਹਾ ਰਾਗ ਦਿਖਾਉਣਾ ਚਾਹੁੰਦੀ ਹੈ ਉਹਨਾਂ ਦਾ, ਕਹਿੰਦੇ ਵੀ ਆਓ ਉਸ ਰੂਪ ਦੇ ਵਿੱਚ ਜਿਹੜੇ 2000 ਵਾਲੇ 'ਚ ਆਏ ਸੀ। ਦੇਖੋ ਹੁਣ ਇਹਨੂੰ ਕੀ ਸਮਝ ਗਏ। ਕੰਗਨਾ ਰਣੌਤ ਹੈ ਫਿਲਮੀ ਐਕਟਰੈਸ, ਮੂੰਹ ਰਾਜਨੀਤੀ ਨੂੰ ਵੀ ਮਾਰਦੀ ਹੈ, ਸੁਭਾਅ ਦੇ ਪੱਖ ਤੋਂ ਜੇ ਆਪਾਂ ਦੇਖੀਏ ਖੜਬੀ ਹੈ, ਵਿਚਾਰਧਾਰਕ ਪੱਖ ਤੋਂ ਦੇਖੀਏ ਤਾਂ ਭਗਵੇਂ ਰੰਗ 'ਚ ਰੰਗੀ ਵੀ, ਪੂਰੀ ਰੰਗੀ ਵੀ ਹੈ, ਪੂਰੀ ਰੰਗੀ ਹੈ। ਔਰ ਉਹਦੇ ਇਹਨਾਂ ਗੁਣਾਂ ਕਰਕੇ
ਭਾਰਤੀ ਜਨਤਾ ਪਾਰਟੀ ਦੀ ਵੱਡੀ ਲੀਡਰਸ਼ਿਪ ਦੀ ਸਿਫਾਰਿਸ਼ ਉੱਪਰ ਕੰਗਣਾ ਰਣੌਤ ਨੂੰ ਵਾਈ ਕੈਟੇਗਰੀ ਦੀ ਸਿਕਿਉਰਿਟੀ ਦਿੱਤੀ ਹੋਈ ਹੈ। ਕਿਉਂ ਦਿੱਤੀ ਸਿਕਿਉਰਿਟੀ? ਕਿਉਂਕਿ ਮਹਾਰਾਸ਼ਟਰ ਦੇ ਵਿੱਚ ਫਿਲਮ ਨਗਰੀ 'ਚ ਰਹਿੰਦੇ ਆ ਜੀ, ਮੁੰਬਈ ਦੇ ਵਿੱਚ, ਉਹਦਾ ਜਿਹੜਾ ਕਾਰ ਵਿਹਾਰ ਸੀ, ਜਿਹੜੇ ਪ੍ਰੋਗਰੈਸਿਵ ਲੋਕ ਸੀ ਜੀ, ਜਿਹੜੇ ਘੱਟ ਗਿਣਤੀਆਂ ਤੇ ਹੁੰਦੇ ਜ਼ੁਲਮਾਂ ਦੇ ਖਿਲਾਫ ਥੋੜ੍ਹਾ ਬਹੁਤਾ ਬੋਲਣ ਦੀ ਜੁਰਤ ਰੱਖਦੇ ਸੀ, ਜਿਹੜੇ ਆਪਣੀ ਕਲਾ ਦੇ ਮਾਧਿਅਮ ਦਾ ਰਾਹੀਂ ਭਾਈਚਾਰੇ ਦਾ ਸੰਦੇਸ਼ ਦਿੰਦੇ ਸੀ, ਜੀ, ਉਹਨਾਂ ਲੋਕਾਂ ਦੇ ਖਿਲਾਫ ਬੋਲਣ ਵਾਸਤੇ ਕੁਝ ਲੋਕ ਚਾਹੀਦੇ ਸੀ। ਕਿਸੇ ਵੇਲੇ ਅਨੁਪਮ ਖੇਰ, ਕਿਰਨ ਖੇਰ ਹੋਰੀ, ਇਹ ਇਹਨਾਂ ਕੋਲੇ ਹੁੰਦੀ ਸੀ, ਇਹਨਾਂ ਕੋਲੇ ਕਮਾਂਡ ਪੂਰੀ ਹੁੰਦੀ ਸੀ। ਹੁਣ ਉਹ ਕਿਉਂਕਿ ਵਿਚਾਰੀ ਕਿਰਨ ਖੇਰ ਪਾਰਲੀਮੈਂਟ ਦੀ ਮੈਂਬਰ ਹੈ, ਬਿਮਾਰ ਚੱਲ ਰਹੀ ਹੈ, ਹਾਂਜੀ, ਔਰ ਉਹਦਾ ਹਸਬੈਂਡ ਜਿਹੜਾ ਹੈਗਾ ਉਹ ਉਹਦੀ ਦੇਖਭਾਲ ਦੇ ਵਿੱਚ ਲੱਗਿਆ ਹੋਇਆ ਹੈ, ਤੇ ਇਹ ਕਮਾਂਡ ਫਿਰ ਇਸ ਬੀਬੀ ਨੂੰ ਸੰਭਾਲਤੀ। ਜੀ, ਫਿਲਮਾਂ ਦੇ ਵਿੱਚ ਬੀਬੀ ਦਾ ਕੰਮ ਧੰਦਾ ਕਿੰਨਾ ਕੁ ਹੈ ਇਹ ਤਾਂ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਫਿਲਮਾਂ ਬਹੁਤੀਆਂ ਦੇਖਦਾ ਮੈਂ ਵੀ ਨਹੀਂ ਦੇਖੀਆਂ, ਬਸ ਇੱਕ ਦੋ ਆ ਜਾਂਦੀਆਂ, ਹਾਂ, ਲੀੜੇ ਲੂੜੇ ਵਾਵਾ, ਹਾਂ। ਪਰ ਉਹ ਜਿਹੜਾ ਉਹਦਾ ਕਿਰਦਾਰ ਹੈ, ਜਦੋਂ ਕਿਸਾਨ ਅੰਦੋਲਨ ਚੱਲਦਾ ਸੀ, ਕਿਸਾਨ ਅੰਦੋਲਨ ਵੇਲੇ ਵੀ ਉਹਨੇ, ਕਿਸਾਨ ਅੰਦੋਲਨ ਤਾਂ ਹੁਣ ਵੀ ਚੱਲ ਰਿਹਾ ਹੈ, ਪਰ ਪਹਿਲੇ ਦੌਰ ਦੇ ਵਿੱਚ ਕਿਸਾਨ ਅੰਦੋਲਨ ਦੌਰਾਨ ਉਹਨੇ ਉਹਨਾਂ ਕਲਾਕਾਰਾਂ ਨੂੰ ਨਿਸ਼ਾਨਾ ਬਣਾਇਆ ਸੀ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਸੀ, ਖਾਸ ਕਰਕੇ ਜਿਹੜੇ ਪੰਜਾਬੀ ਕਿਸਾਨ ਸੀ, ਸਿੱਖ ਕਿਸਾਨ, ਆਪਣਾ ਪੰਜਾਬੀ ਕਲਾਕਾਰ ਸੀ, ਸਿੱਖ ਕਲਾਕਾਰ ਸੀ, ਜਿਨ੍ਹਾਂ ਨੇ ਮਤਲਬ ਜਿਹੜੀ ਪੰਜਾਬ ਦੀ ਧਰਤੀ ਦਾ ਜਿਹੜਾ ਅੰਨ ਪਾਣੀ ਛਕਿਆ ਜੀ, ਉਹਦਾ ਥੋੜ੍ਹਾ ਬਹੁਤਾ ਮੁੱਲ ਮੋੜਨ ਵਾਸਤੇ ਆਏ ਸੀ ਕਿ ਜੀ ਅਸੀਂ ਵੀ ਕਿਸਾਨਾਂ ਦੇ ਨਾਲ ਖੜੋਤੇ ਹਾਂ। ਉਹਨਾਂ ਦੇ ਖਿਲਾਫ ਵੀ ਜਦੋਂ ਉਹਨੇ ਬੋਲਣਾ ਸ਼ੁਰੂ ਕੀਤਾ ਸੀ, ਤੇ ਉਦੋਂ ਇੱਕ ਦੋ ਬੰਦਿਆਂ ਨੇ ਸੋਸ਼ਲ ਮੀਡੀਆ 'ਚ ਕਿਹਾ ਸੀ, ਉਹ ਕੁੜੀਏ ਚੁੱਪ ਕਰ ਜਾ, ਸਿਆਣੀ ਬਣ, ਤੂੰ ਚੰਡੀਗੜ੍ਹ ਹੀ ਪੜ੍ਹਦੀ ਰਹੀ ਆ, ਜਾਣਦੇ ਹਾਂ ਅਸੀਂ ਤੈਨੂੰ। ਤੇ ਫਿਰ ਉਹ ਤੋਂ ਬਾਅਦ ਬੋਲਤੀ ਬੰਦ ਹੋ ਗਈ। ਤੁਸੀਂ ਦੇਖਣਾ ਉਹ ਤੋਂ ਬਾਅਦ ਨਹੀਂ ਬੋਲੀ। ਤੁਸੀਂ ਵੀ ਗਏ ਹੋ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਮੈਂ ਵੀ ਗਿਆ। ਉੱਥੇ ਜਿਹੜੇ ਨਾਅਰੇ ਲੱਗੇ ਹੁੰਦੇ ਸੀ, ਜਿਹੜੇ ਨਾਅਰੇ ਲਿਖੇ ਹੁੰਦੇ ਸੀ, ਉਹ ਨਾਅਰੇ ਕੰਗਣਾ ਨੂੰ ਚੜਾਉਣ ਵਾਲੇ ਲਿਖੇ ਹੁੰਦੇ ਸੀ। ਜੀ, ਬਿਲਕੁਲ। ਔਰ ਉਹਨਾਂ ਨਾਅਰਿਆਂ ਨੇ ਵੀ ਮਤਲਬ ਵਾਹਵਾ ਜਿਹੜੀ ਹੈ ਇਹਦੀ ਖੁੰਬ ਠੱਪੀ ਸੀ। ਹੁਣ ਇਹ ਕਦੇ ਕਦੇ ਬੋਲ ਪੈਂਦੀ ਹੈ। ਇਹਨਾਂ ਦਿਨਾਂ 'ਚ ਹੋਈਆਂ ਬੰਗਾਲ ਦੀਆਂ ਚੋਣਾਂ। ਜੀ, ਬੰਗਾਲ ਦੀਆਂ ਚੋਣਾਂ ਦੇ ਵਿੱਚ ਇਹ ਜਿਵੇਂ ਭਾਰਤੀ ਜਨਤਾ ਪਾਰਟੀ ਸਾਰੀਆਂ ਫੌਜਾਂ ਲੈ ਕੇ ਚੜ੍ਹਾਈ ਕੀਤੀ ਸੀ। ਮੇਰੀ ਯਾਦ ਹੈ, ਕਹਿੰਦੇ ਸ਼ੁਰੂ ਦੇ ਵਿੱਚ ਜਦੋਂ ਟਾਂਗੇ ਹੁੰਦੇ ਸੀ, ਰਿਕਸ਼ੇ ਰੁਕਸ਼ੇ ਨਹੀਂ ਹੁੰਦੇ ਸੀ, ਟਾਂਗੇ ਹੀ ਹੁੰਦੇ ਸੀ। ਆਪਣੇ ਬਠਿੰਡੇ ਬੜੇ ਚੱਲਦੇ ਰਹੇ। ਬਠਿੰਡੇ ਦੀ ਗੱਲ ਹੀ ਮੈਂ ਕਰਦਾ। ਤਾਂ ਜਿਹੜੀ ਸੈਕੰਡ ਵਰਲਡ ਵਾਰ ਸੀ, ਜੀ, ਸੈਕੰਡ ਵਰਲਡ ਵਾਰ ਦਾ ਤੁਹਾਨੂੰ ਪਤਾ ਖਲਨਾਇਕ ਕੌਣ ਸੀ? ਹਿਟਲਰ। ਤੇ ਉਦੋਂ ਕਹਿੰਦੇ ਕਿਸੇ ਨੂੰ ਕਹਿੰਦਾ ਟਾਂਗੇ ਤੇ ਚੜ੍ਹ ਜਾ, ਤੇ ਉਹ ਕਹਿੰਦੇ ਚੜ੍ਹ ਜਾ ਹਿਟਲਰ ਦੀ ਚੜ੍ਹਾਈ ਹੂੰ, ਭੱਜ ਕੇ ਚੜ੍ਹ ਜਾ, ਇਹ ਕਹਿੰਦੇ ਹੁੰਦੇ ਸੀ। ਭੱਜੇ ਜਾਂਦੇ, ਉਹ ਖੜਦਾ ਤਾਂ ਹੈ ਨਹੀਂ ਸੀ, ਘੋੜਾ ਮਗਰਲੇ ਉਹ ਤੇ ਰੱਖ ਕੇ, ਕੀ ਕਹਿੰਦੇ ਆ, ਪਾਇਦਾਨ ਤੇ, ਪੌੜ ਤੇ, ਹਾਂ, ਇਹ ਚੜ੍ਹਦੇ ਹੁੰਦੇ ਸੀ। ਲਗਭਗ ਉਹੀ ਚੀਜ਼ ਸੀਗੀ ਕਿ ਹਿਟਲਰ ਦੀ ਚੜ੍ਹਾਈ ਵਾਂਗੂ ਚੜ੍ਹਾਈ ਕੀਤੀ ਸੀ। ਜਿਵੇਂ ਸੈਕੰਡ ਵਰਲਡ ਵਾਰ ਵੇਲੇ ਹਿਟਲਰ ਨੇ ਦੁਨੀਆ ਨੂੰ ਇੱਕ ਵੱਡੀ ਜੰਗ ਦੇ ਵਿੱਚ ਸੁੱਟਿਆ ਸੀ, ਉਹ ਤੋਂ ਪਹਿਲਾਂ ਜਿਹੜਾ ਜਿਵੇਂ ਜਿਸ ਢੰਗ ਦੇ ਨਾਲ ਹਿਟਲਰ ਨੇ ਆਪਣਾ ਰੂਪ ਦਿਖਾਇਆ ਸੀ, ਆਪਣੇ ਆਪ ਨੂੰ ਨੈਸ਼ਨਲਿਸਟ, ਆਪਣੇ ਆਪ ਨੂੰ ਜਰਮਨ ਰੇਸ ਦਾ ਬੰਦਾ, ਕਿ ਜੀ ਤੁਸੀਂ ਮੈਨੂੰ ਵੋਟਾਂ ਪਾਓ ਤੇ ਮੈਂ ਆਹ ਕਰ ਦੂੰ। ਪਹਿਲਾਂ ਉਹਨੇ ਇੱਕ ਮੂਵਮੈਂਟ ਚਲਾਈ, ਫਿਰ ਲੋਕਾਂ ਨੇ ਵੋਟਾਂ ਪਾਈਆਂ, ਵੋਟਾਂ ਦੇ ਵਿੱਚ ਉਹਨੂੰ ਬਹੁਤ ਵੱਡੀ ਮੈਜੋਰਿਟੀ ਮਿਲੀ। ਮੈਜੋਰਿਟੀ ਲੈਣ ਤੋਂ ਬਾਅਦ ਫਿਰ ਜਦੋਂ ਉਹਨੇ ਪਾਰਲੀਮੈਂਟ ਦੇ ਵਿੱਚ ਆਪਣਾ ਪੂਰਾ ਦਬਦਬਾ ਕਰ ਲਿਆ, ਫਿਰ ਪਾਰਲੀਮੈਂਟ ਵੀ ਕੰਡਮ ਕਰਤੀ, ਜੁਡੀਸ਼ਰੀ ਵੀ ਕੰਡਮ ਕਰਤੀ, ਸਭ ਕੁਛ ਕੰਡਮ ਕਰਕੇ ਤੇ ਆਪਣੇ ਹੱਥ ਵਿੱਚ ਸਾਰਾ ਲੈ ਲਿਆ ਸੀ। ਹੁਣ ਤੁਸੀਂ ਉਸ ਹਿਟਲਰ ਦੇ ਨਾਲ ਤੇ ਅੱਜ ਵਾਲਾ ਹਿਸਾਬ ਕਿਤਾਬ ਮਿਲਾ ਕੇ ਦੇਖ ਲਓ, ਨੇੜੇ ਤੇੜੇ ਹੀ ਹੈ। ਔਰ ਆਪਾਂ ਦੇਖੀਏ ਜਿਵੇਂ ਬੀਬੀ ਮਮਤਾ ਬੈਨਰਜੀ ਨੂੰ ਹਰਾਉਣ ਵਾਸਤੇ ਚੜ੍ਹਾਈ ਕੀਤੀ, ਸਾਰੀਆਂ ਏਜੰਸੀਆਂ, ਸਾਰੀਆਂ ਫੋਰਸਸ, ਬੰਦੇ ਪੱਟ ਲਓ, ਜੋ ਕਰ ਲਓ, ਵਾਹ ਕਰ ਲਓ, ਸਾਰਾ ਕੁਛ ਕੀਤਾ। ਜੀ, ਜੀ। ਇਹਦੇ ਬਾਵਜੂਦ ਵੀ ਦਾਨੇਵਾਲੀਆ ਸਾਹਿਬ, ਉਹ ਬੀਬੀ ਨੇ ਉੱਥੇ ਚੌਟੇ ਚਕਾਤੇ। ਜਿੱਡੀ ਵੱਡੀ ਮੈਜੋਰਿਟੀ ਉਹ ਲੈ ਗਈ, ਇਹ ਕਿਸੇ ਨੂੰ ਆਸ ਉਮੀਦ ਹੀ ਨਹੀਂ ਸੀ। ਸਹੀ ਗੱਲ। 200 ਤੋਂ ਉੱਪਰ ਤਾਂ ਸਾਰੇ ਕਹਿੰਦੇ ਸੀ, ਇਹ ਨਹੀਂ ਕੋਈ ਕਹਿੰਦਾ ਸੀ ਕਿ 211 ਦੀ ਬਜਾਏ 13 ਜਾਂ 14 ਵੀ ਪਿਛਲੀ ਵਾਰੀ ਨਾਲ ਵੱਧ ਜੂਗੀ। ਤੇ ਜਿਹੜੀ ਵੋਟ ਪਰਸੈਂਟੇਜ ਵੀ ਉਹਦੀ ਵੱਧ ਗਈ। ਉਹ ਤੋਂ ਬਾਅਦ ਪਹਿਲਾਂ ਜੇ ਆਪਾਂ ਦੇਖੀਏ ਤਾਂ ਉੱਥੇ ਬੜਾ ਕੁਝ ਹੋਇਆ ਸੀ। ਚੋਣਾਂ ਵਾਲੇ ਦਿਨ ਵੀ ਤੁਸੀਂ ਦੇਖਿਆ ਹੋਣਾ, CRP ਆਪਣੇ ਆਪ CISF ਵਾਲਿਆਂ ਨੇ ਇੱਕ ਫਾਇਰਿੰਗ ਕੀਤੀ ਸੀ, 3-4 ਬੰਦੇ ਮਰ ਗਏ ਸੀ। ਵਾਇਲੈਂਸ ਦੀ ਸ਼ੁਰੂਆਤ ਕਿਹਨੇ ਕੀਤੀ, ਕਿਹਨੇ ਨਹੀਂ ਕੀਤੀ, ਇਹ ਤਾਂ ਆਪਾਂ ਨੂੰ ਪਤਾ ਨਹੀਂ, ਪਰ ਉੱਥੇ ਵਾਇਲੈਂਸ ਹੋਈ। ਹੁਣ ਤੱਕ ਜਿਹੜੇ ਹੈਗੇ ਆ 12-13 ਬੰਦੇ ਉੱਥੇ ਮਾਰੇ ਗਏ। ਔਰ ਇਹਨਾਂ 12-13 ਬੰਦਿਆਂ ਦੇ ਮਾਰਨ ਦੀ ਜ਼ਿੰਮੇਵਾਰੀ ਜੇ ਆਪਾਂ ਇਹ ਕਹਿ ਦਈਏ ਮਮਤਾ ਬੈਨਰਜੀ ਤੇ ਪੈ ਜੂ, ਨਹੀਂ ਪੈਂਦੀ, ਕਿਉਂਕਿ ਮਮਤਾ ਬੈਨਰਜੀ ਉਸ ਵੇਲੇ ਤੱਕ ਉੱਥੋਂ ਦੀ ਮੁੱਖ ਮੰਤਰੀ ਭਾਵੇਂ ਸੀਗੀ, ਪਾਵਰ ਉਹਦੇ ਕੋਲ ਕੁਛ ਨਹੀਂ, ਕਿਉਂਕਿ ਪਾਵਰਾਂ ਸਾਰੀਆਂ ਹੀ ਜਿਹੜੀਆਂ ਸੀ ਕੇਂਦਰ ਸਰਕਾਰ। ਅੱਜ ਮਮਤਾ ਬੈਨਰਜੀ ਨੇ ਸਹੁੰ ਚੁੱਕੀ, ਔਰ ਸਹੁੰ ਚੁੱਕਣ ਵਾਲੇ ਵੇਲੇ ਇੱਕ ਅਜੀਬ ਗੱਲ ਦੇਖੀ ਕਿ ਸਹੁੰ ਚੁਕਾਉਣ ਤੋਂ ਬਾਅਦ ਗਵਰਨਰ ਜਗਦੀਪ ਧਨਖੜ ਜੀ ਨੂੰ ਕਹਿੰਦੇ ਹੈ, ਮਮਤਾ ਜੀ ਰਾਜ ਧਰਮ ਨਿਭਾਓ, ਹਿੰਸਾ ਬੰਦ ਕਰੋ। ਉਹ ਕਹਿੰਦੀ ਜਿਸ ਵੇਲੇ ਹਿੰਸਾ ਹੋ ਰਹੀ ਹੈ ਨਾ, ਮੈਂ ਉਸ ਵੇਲੇ ਮੁੱਖ ਮੰਤਰੀ ਸੀ, ਪਰ ਪਾਵਰਾਂ ਮੇਰੇ ਕੋਲੇ ਨਹੀਂ ਸੀ, ਸ਼ਾਸਨ ਸਾਰਾ ਜਿਹੜਾ ਚੋਣ ਕਮਿਸ਼ਨ ਤੁਹਾਡੇ ਕੋਲੇ ਸੀ। ਹਾਂ, ਉਹਨੇ ਨਾਲ ਦੀ ਨਾਲ ਹੀ ਉੱਥੇ ਨੂੰ ਠੰਡਾ ਕਰ ਦਿੱਤਾ। ਸੋ ਜਿਹੜੀ ਉੱਥੇ ਬੈਲੈਂਸ ਹੋਈ ਹੈ ਮਾੜੀ ਹੈ।
ਹਿੰਸਾ ਹੋਈ ਹੈ ਮਾੜੀ ਹੈ। ਜੋ ਬੰਦੇ ਮਰੇ ਆ ਉਹਨਾਂ ਦੇ ਪਰਿਵਾਰਾਂ ਨਾਲ ਸਾਨੂੰ ਵੀ ਹਮਦਰਦੀ ਹੈ, ਕਿਉਂਕਿ ਬੰਦੇ ਦੀ ਕੀਮਤ ਕੋਈ ਨਹੀਂ ਹੁੰਦੀ। ਬਿਲਕੁਲ। ਕੋਈ ਉਹਨੂੰ ਮੁਆਵਜ਼ਾ ਦੇ ਦਿਓ ਕੁਛ ਵੀ, ਕਦੇ ਮੁਆਵਜ਼ਿਆਂ ਦੇ ਨਾਲ ਜਿਹੜੀ ਹੈ ਮਾਪਿਆਂ ਦੀ ਅਣਹੋਂਦ ਹੈ ਉਹ ਪੂਰੀ ਨਹੀਂ ਹੁੰਦੀ। ਇਹ ਬਹੁਤ ਮਾੜੀ ਗੱਲ ਹੋਈ ਹੈ। ਪਰ ਬੀਬੀ ਕੰਗਨਾ ਰਣੌਤ ਨੇ ਉੱਥੇ ਫਿਰ ਕੀ ਕਿਹਾ ਤਾਂ ਕਿ ਉਹ ਹਿੰਸਾ ਨੂੰ ਦੇਖ ਕੇ ਟਵੀਟ ਕਰਦੀ ਹੈ, ਕਹਿੰਦੀ ਜੀ ਮੈਂ ਦੇਖਿਆ ਹਿੰਸਾ ਦੇ ਵਿੱਚ ਬੀਜੇਪੀ ਦੇ ਵਰਕਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਉਹਨਾਂ ਨੂੰ ਮਾਰਿਆ ਜਾ ਰਿਹਾ ਤੇ ਬੀਜੇਪੀ ਦੇ ਵਰਕਰ ਤਾਂ ਇੱਥੋਂ ਪਲਾਇਨ ਕਰ ਰਹੇ ਹੈ। ਫਿਰ ਉਹ ਕਹਿੰਦੀ ਮੋਦੀ ਸਾਹਿਬ ਹੁਣ 2000 ਵਾਲੇ ਰੂਪ ਚ ਆ ਜਾਓ, ਵਿਕਰਾਲ ਰੂਪ ਗੁਜਰਾਤ ਯਾਦ ਕਰਾਓ ਲੋਕਾਂ ਹਾਂ, ਉਹ 2000 ਗੁਜਰਾਤ ਹੀ ਸੀ। 2000 ਵਾਲਾ ਗੁਜਰਾਤ ਵਾਲਾ ਮੌਕਾ ਯਾਦ ਕਰਾਉਂਦੀ ਹੈ ਕੀ ਹੈ। ਭਾਰਤੀ ਜਨਤਾ ਪਾਰਟੀ ਇਹ ਗੱਲ ਕਹਿੰਦੀ ਹੈ, RSS ਇਹ ਗੱਲ ਕਹਿੰਦੀ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦਿੱਤੀ ਕਿ ਗੁਜਰਾਤ ਦੀ ਜਿਹੜੀ ਗੜਬੜ ਹੋਈ ਹੈ 2000 ਵਾਲੀ, ਉਹਦੇ 'ਚ ਇਹਦਾ ਕੋਈ ਯੋਗਦਾਨ ਨਹੀਂ ਸੀ। ਪਰ ਨਰਿੰਦਰ ਮੋਦੀ, RSS ਤੇ BJP ਸਾਹਿਬ ਦੇ ਸਾਹਮਣੇ ਮੇਰਾ ਇੱਕ ਵੱਡਾ ਸਵਾਲ ਹੈ ਕਿ ਜਿਸ ਕੰਗਨਾ ਰਣੌਤ ਨੂੰ ਤੁਸੀਂ ਵਾਈਸ ਸਿਕਿਉਰਿਟੀ ਦਿੱਤੀ ਹੈ, ਉਹ ਕਹਿੰਦੀ ਉਹੀ ਰੂਪ ਅਖਤਿਆਰ ਕਰੋ, ਫਿਰ ਮਗਰ ਕੀ ਰਹਿ ਗਿਆ? ਜੇ ਉਹ ਕਹਿੰਦੀ ਉਹੀ ਰੂਪ ਅਖਤਿਆਰ ਕਰ ਤਾਂ ਫਿਰ ਇਹ ਰੂਪ ਤਾਂ ਉਹੀ ਸੀ ਜਦੋਂ 2000 ਮੁਸਲਮਾਨ ਵੜਤਾ ਸੀ। ਸਨ ਵੀ 2000 ਤੇ 2000 ਮੁਸਲਮਾਨ। ਔਰ ਜਦੋਂ ਮੁਸਲਮਾਨ ਮਾਰੇ ਆ, ਉਹਨਾਂ ਮੁਸਲਮਾਨਾਂ ਨੇ ਕਿੰਨੀ ਭੈੜੀ ਕੀਤੀ ਹੈ। ਅਹਿਸਾਨ ਜਾਫਰੀ ਪਾਰਲੀਮੈਂਟ ਦਾ ਮੈਂਬਰ ਹੋਵੇ ਔਰ ਉਸ ਬੰਦੇ ਨੂੰ ਕੁਝ 60 ਦੇ ਕਰੀਬ ਲੋਕ ਜਿਹੜੇ ਉਹਦੇ ਨਾਲ ਸੀ ਸੋਸਾਇਟੀ ਦੇ ਵਿੱਚ ਜਿਉਂਦਿਆਂ ਨੂੰ ਅੱਗਾਂ ਲਾਤੀਆਂ ਸੀ। ਉਹਦੀ ਵਿਧਵਾ ਅਜੇ ਤੱਕ ਇਨਸਾਫ ਦੇ ਲਈ ਦਰ ਦੀਆਂ ਠੋਕਰਾਂ ਖਾ ਰਹੀ ਹੈ। ਕਦੇ ਉਹ ਹੇਠਲੀਆਂ ਅਦਾਲਤਾਂ ਜਾਂਦੀ ਹੈ, ਕਦੇ ਉਹ ਸੁਪਰੀਮ ਕੋਰਟ ਜਾਂਦੀ ਹੈ। ਔਰ ਹੋਰ ਤਾਂ ਹੋਰ ਮਾਇਆ ਕੋਡਨਾਨੀ ਨਾਂ ਦੀ ਇੱਕ ਲੇਡੀ ਡਾਕਟਰ ਹੁੰਦੀ ਸੀ। ਡਾਕਟਰ ਨੂੰ ਅਸੀਂ ਰੱਬ ਦਾ ਰੂਪ ਸਮਝਦੇ। ਡਾਕਟਰ ਨੇ ਲੋਕਾਂ ਦੀ ਜਾਨ ਦੀ ਰਾਖੀ ਕਰਨੀ ਹੈ, ਪਰ ਲੇਡੀ ਡਾਕਟਰ, ਬੱਚਿਆਂ ਦੀ ਡਾਕਟਰ ਕੋਲੇ ਖੜ ਕੇ ਪ੍ਰੈਗਨੈਂਟ ਔਰਤਾਂ ਨੂੰ ਕਤਲ ਕਰਵਾ ਰਹੀ ਹੈ। ਪੇਟ ਦੇ ਵਿੱਚੋਂ ਬੱਚਿਆਂ ਨੂੰ ਕੱਢ ਕੇ ਉਹਨਾਂ ਨੂੰ ਜਿਹੜੀ ਹੈਗੇ ਭਰੂਣ ਨੂੰ ਨੇਜਿਆਂ ਦੇ ਉੱਤੇ ਟੰਗਿਆ ਜਾ ਰਿਹਾ, ਕੋਲੇ ਖੜੀ ਆ ਉਹ। ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਅਸੀਂ ਨਹੀਂ ਕਹਿੰਦੇ ਨਰਿੰਦਰ ਮੋਦੀ ਜ਼ਿੰਮੇਵਾਰ ਹੈ, ਪਰ ਇਹ ਕੰਗਨਾ ਰਣੌਤ ਤਾਂ ਕਹਿੰਦੀ ਵੀ ਉਹੀ ਵਿਕਰਾਲ ਰੂਪ ਅਖਤਿਆਰ ਕਰ ਲਓ ਤੁਸੀਂ। ਇਹ ਜਿਹੜੀਆਂ ਚੀਜ਼ਾਂ ਦਾਨੀਵਾਲ ਸਾਹਿਬ, ਇਹ ਚੀਜ਼ਾਂ ਦਰਸਾਉਂਦੀਆਂ ਕੀ ਹੈ? ਇਹ ਦਰਸਾਉਂਦੀਆਂ ਇਹ ਹੈ ਕਿ ਅਜੇ ਤੱਕ ਜਿਹੜਾ ਹੈਗਾ ਉਸ ਵੇਲੇ ਦਾ ਜਿਹੜਾ ਸੀ ਨਰਸੰਹਾਰ, ਉਹ ਨਰਸੰਹਾਰ ਫਿਰ ਰਿਪੀਟ ਕਰਨਾ ਚਾਹੁੰਦੇ ਕਿ ਅਸੀਂ ਬਿਹਾਰ ਦੇ ਵਿੱਚ ਹਾਰ ਗਏ। ਹੁਣ ਮੈਂ ਯਾਦ ਕਰਾਵਾਂ ਤੁਹਾਡੇ ਕਿ ਉਹਦੇ 'ਚ ਜਿਵੇਂ ਆਪਾਂ ਸ਼ੁਰੂ 'ਚ ਗੱਲ ਕਹੀ ਹੈ ਕਿ ਇਹ ਨਰਿੰਦਰ ਮੋਦੀ ਦੀ ਪ੍ਰੇਜ ਕਰਦੀ ਹੈ ਕਿ ਉਹਦੀ ਬਦਨਾਮੀ ਕਰਾਉਂਦੀ। ਇਹਦਾ ਤਾਈਆਂ ਤਾਂ ਮੈਨੂੰ ਲੱਗਦਾ ਉਹਦਾ ਟਵੀਟ ਬੰਦ ਕਰਾਇਆ, ਉਹ ਤਾਂ ਹੋਣਾ ਨਹੀਂ ਸੀ। ਉਹਦਾ ਟਵੀਟ ਕਦੋਂ ਕਰਦੇ ਸੀ? ਕਿੰਨੀ ਉਹਦੀ ਫੋਲੋਇੰਗ ਹੈ? ਹਾਂ, ਤਾਈਆਂ ਬੰਦ ਹੋਇਆ ਵੀ ਉਹ ਤੂੰ ਸਾਨੂੰ ਹੀ ਰਗੜਨ ਲੱਗ ਪਈ। ਟਵੀਟ ਤਾਂ ਜਿਹੜੀ ਹੈਗੀ ਹੁਣ ਉਹਨਾਂ ਨੂੰ ਕਰਨਾ ਪੈ ਗਿਆ। ਹਾਂ, ਉਹਨਾਂ ਨੇ ਪਰਮਾਨੈਂਟ ਬੰਦ ਕਰਤਾ, ਡਿਲੀਟ ਕਰਤਾ। ਅੱਛਾ ਜੀ। ਉਹ ਕੱਲਾ ਇੱਕ ਤਾਂ ਸਸਪੈਂਡ ਉਹਦਾ ਡਿਲੀਟ ਕਰਤਾ ਵੀ ਨਹੀਂ ਬੀਬਾ ਤੂੰ ਆਪਦਾ ਰਹਿਣ ਦੇ, ਰੱਜੇ ਤੇਰੇ ਤੋਂ ਰੱਜੇ। ਇਹ ਤੋਂ ਪਹਿਲਾਂ ਇਹਨਾਂ ਨੂੰ ਵੀ ਪੈ ਚੁੱਕੀ ਹੈ। ਇਹ ਟਵਿੱਟਰ ਵਾਲਿਆਂ ਨੂੰ ਵੀ ਪੈ ਚੁੱਕੀ ਹੈ। ਉਦੋਂ ਵੀ ਕਹਿੰਦੀ ਸੀਗੀ ਜਿਹੜਾ ਉਹ ਕੀ ਹੈ ਕੂਪ ਕੇ ਕੀ ਹੈ ਜਿਹੜਾ ਕੂ ਹੈ ਭਾਰਤ ਵਾਲਾ ਆਪਦੇ ਘਰ ਦਾ ਬਣਾਇਆ ਹੋਇਆ, ਕਹਿੰਦੀ ਮਾਲਬਾਰ ਤੋਂ। ਇਹ ਵੀ ਕਹਿੰਦੀ ਦੂਜੀਆਂ ਗੱਲਾਂ ਕਰਦੇ। ਉਦੋਂ ਵੀ ਪਤਾ ਨਹੀਂ ਕੀ ਕਿਹਾ ਸੀ ਵੀ ਇੰਨਾ ਕੁਛ ਹੋਇਆ ਤੇ ਸਾਡੇ ਬਾਰੇ ਕੁਛ ਬੋਲੇ ਨਹੀਂ ਵਗੈਰਾ ਵਗੈਰਾ। ਹੁਣ ਇੱਥੇ ਤਾਂ ਨਲੀਆਂ ਸਭ ਕਈ ਚੀਜ਼ਾਂ ਯਾਦ ਆਉਂਦੀਆਂ। ਉਸ ਵੇਲੇ ਪ੍ਰਧਾਨ ਮੰਤਰੀ ਹੁੰਦੇ ਸੀ ਅਟਲ ਬਿਹਾਰੀ ਵਾਜਪਾਈ ਜੀ। ਔਰ ਅਟਲ ਬਿਹਾਰੀ ਵਾਜਪਾਈ ਨੇ ਨਰਿੰਦਰ ਮੋਦੀ ਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ਰਾਜ ਧਰਮ ਨਿਭਾਓ, ਜਿਹੜਾ ਅੱਜ ਗਵਰਨਰ ਕਹਿ ਰਿਹਾ ਸੀ ਮਮਤਾ ਬੈਨਰਜੀ ਨੂੰ। ਅਸਲ ਦੇ ਵਿੱਚ ਇਹ ਚੀਜ਼ ਉਦੋਂ ਕਹੀ ਸੀਗੀ ਅਟਲ ਬਿਹਾਰੀ ਵਾਜਪਾਈ ਨੇ ਨਰਿੰਦਰ ਮੋਦੀ ਨੂੰ। ਤੇ ਸਭ ਤੋਂ ਖਤਰਨਾਕ ਗੱਲ, ਨਰਿੰਦਰ ਮੋਦੀ ਦੀ ਹਾਲਤ ਕੀ ਸੀ? ਔਰ ਇੱਕ ਸੂਬੇ ਦਾ ਮੁੱਖ ਮੰਤਰੀ ਜ਼ਰੂਰ ਸੀ, ਲੇਕਿਨ ਵਿਕਸਿਤ ਦੇਸ਼ਾਂ ਨੇ ਉਹਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਤਾ ਸੀ। ਦੁਨੀਆ ਦੇ ਇਤਿਹਾਸ ਦੇ ਵਿੱਚ ਮੇਰਾ ਖਿਆਲ ਹੈ ਵੀ ਇਹ ਪਹਿਲਾ ਕੇਸ ਹੋਊ ਜਿੱਥੇ ਇੱਕ ਮੁੱਖ ਮੰਤਰੀ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਨਾ ਦਿੱਤਾ ਜਾਵੇ, ਉਹਨਾਂ ਵੱਲੋਂ ਇਜਾਜ਼ਤ ਨਾ ਦਿੱਤਾ ਜਾਵੇ ਕਿ ਭਾਈ ਤੇਰੇ ਜਿਹੜੇ ਹੱਥ ਹੈ ਉਹ ਠੀਕ ਨਹੀਂ ਗੇ, ਤੇਰੇ ਹੱਥ ਜਿਹੜੇ ਹੈਗੇ ਆ ਇਹਨਾਂ ਨੂੰ ਸਾਫ਼ ਕਰਨ ਵਾਲੇ ਆ, ਇਹਨਾਂ ਨੂੰ ਕੁਛ ਲੱਗਿਆ ਵਾ। ਆਪਾਂ ਉਹ ਤਾਂ ਨਹੀਂ ਕਹਿੰਦੇ ਜਿਹੜੀ ਉਹਨਾਂ ਲੋਕਾਂ ਨੇ ਗੱਲ ਕਹੀ ਸੀ, ਪਰ ਉਹ ਇੱਕ ਕਾਫੀ ਹੈ। ਉਹਨਾਂ ਨੇ ਜਿਹੜੀ ਇਹ ਗੱਲ ਕਹੀ ਸੀ ਤੇ ਉਹਦਾ ਨਤੀਜਾ ਹੋਇਆ ਸੀਗਾ ਕਿ ਨਰਿੰਦਰ ਮੋਦੀ ਨੂੰ ਮਿਲਿਆ ਨਹੀਂ ਸੀ। ਉਹਨੇ ਕੀ ਚਾਹੁੰਦੀ ਹੈ ਕਿ ਨਰਿੰਦਰ ਮੋਦੀ ਸਾਹਿਬ ਨੂੰ ਚਲੋ ਹੁਣ ਪ੍ਰਾਈਮ ਮਿਨਿਸਟਰ ਬਣ ਗਏ, ਉਹਨਾਂ ਨੂੰ ਪ੍ਰੋਟੋਕੋਲ ਦੀ ਵਜ੍ਹਾ ਕਰਨ ਨੂੰ ਦਿੱਤਾ ਹੋਇਆ ਸਿਲਸਿਲਾ ਕਿ ਫਿਰ ਦੁਬਾਰਾ ਉਸੇ ਮੋੜ 'ਚ ਲੈ ਕੇ ਮੋੜ ਤੇ ਲੈ ਆਵਾਂ ਵੀ ਤੁਸੀਂ ਇਹਨਾਂ ਨੂੰ ਕੋਈ ਵੀਜ਼ਾ ਵਗੈਰਾ ਨਾ ਮਿਲੇ। ਔਰ ਸਭ ਤੋਂ ਜਿਹੜੀ ਹੈਗੀ ਹੈ ਦਰਦਨਾਕ ਉਹ ਇਹ ਹੈ ਕਿ ਬੀਬੀ ਦੇ ਬਿਆਨ ਦਿੱਤੇ ਨੂੰ ਕਈ ਘੰਟੇ ਹੋ ਗਏ। ਅੱਛਾ ਜੀ। ਤੇ ਪਰ ਇਹਦੇ ਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਇੱਕ ਵੀ ਲੀਡਰ ਦਾ ਅਜੇ ਤੱਕ ਪ੍ਰਤੀਕਰਮ ਨਹੀਂ ਆਇਆ, ਨਿੰਦਿਆ ਨਹੀਂ ਕੀਤੀ। ਕਿਸੇ ਵੱਡੇ ਲੀਡਰ ਨੇ ਨਿੰਦਿਆ ਨਹੀਂ ਕੀਤੀ। ਯੂਪੀ ਦਾ ਇੱਕ MLA ਜ਼ਰੂਰ ਹੈ, ਉਹਨੇ ਕਿਹਾ ਪਾਗਲ ਔਰਤ। ਉਹ ਹੈ ਭਾਰਤੀ ਜਨਤਾ ਪਾਰਟੀ ਦਾ। ਮੈਂ ਤਾਂ ਉਹਨੂੰ ਸਲਾਮ ਕਰਦਾ ਵੀ ਘੱਟੋ ਘੱਟ ਜਿਹੜੇ ਭਾਰਤੀ ਸੱਭਿਆਚਾਰ, ਭਾਰਤੀ ਸੰਸਕ੍ਰਿਤੀ ਹੈ ਜਿਹੜਾ ਇਹਦਾ ਇੰਨਾ ਕੁ ਤਾਂ ਖਿਆਲ ਰੱਖਿਆ ਕਿ ਇਹ ਜਿਹੜੀ ਹੈਗੀ ਹੈ ਪਾਗਲ ਔਰਤਾਂ ਪਾਗਲਾਂ ਵਾਲੀਆਂ ਗੱਲਾਂ ਕਰਦੀ ਹੈ। ਲੇਕਿਨ ਅਮਿਤ ਸ਼ਾਹ, JP ਨੱਡਾ ਬੰਗਾਲ ਦੇ ਵਿੱਚ ਧਰਨੇ ਧਰਨਾਉਣ ਜਾਂਦਾ ਰਿਹਾ ਜੀ। ਕਿੱਡੀ ਵੱਡੀ ਗੱਲ ਕਹਿਤੀ ਤੁਹਾਡੀ ਜਿਹੜੀ ਹੈਗੀ ਜਿਹਨੂੰ ਤੁਸੀਂ ਵਾਈਸ ਸਿਕਿਉਰਿਟੀ ਦਿੱਤੀ ਹੈ, ਤੇ ਕਿਉਂ ਨਹੀਂ ਬੋਲੋ ਤੁਸੀਂ? ਇਹ ਤੇ ਬੋਲਣਾ ਚਾਹੀਦਾ ਸੀ। ਸੋ ਇਸ ਬੀਬੀ ਨੇ ਜਿਹੜੀ ਹੈਗੀ ਹੈ
ਇਹ ਠੀਕ ਹੈ ਵੀ ਕਲਾਕਾਰ ਹੋਣਾ ਕਿਸੇ ਦਾ ਆਪਣੀ ਥਾਂ ਦੇ ਉੱਤੇ, ਸੈਲੀਬ੍ਰਿਟੀ ਹੋਣਾ ਆਪਣੀ ਥਾਂ ਦੇ ਉੱਤੇ ਹੈ, ਲੇਕਿਨ ਜਿਹੜੀ ਭਾਰਤ ਦਾ ਦੁਨੀਆ ਦੇ ਸਾਹਮਣੇ ਚਿਹਰਾ ਬੇਨਕਾਬ ਕੀਤਾ ਹੈ ਕਿ ਇਸ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨਾਲ ਆਮ ਲੋਕਾਂ ਦੇ ਨਾਲ ਜਾਂ ਜਿਹੜੇ ਤੁਹਾਡੇ ਰਾਜਨੀਤਿਕ ਵਿਰੋਧਤਾ ਰੱਖਦੇ ਹੈ ਉਹਨਾਂ ਪ੍ਰਤੀ ਤੁਹਾਡਾ ਨਜ਼ਰੀਆ ਕੀ ਹੈ। ਬੰਗਾਲ ਦੇ ਵਿੱਚ ਸਬਕ ਸਿਖਾਉਣ ਵਾਸਤੇ ਉਹ ਵਿਕਰਾਲ ਰੂਪ ਧਾਰਨ ਕਰਨ ਨੂੰ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ ਸਾਨੂੰ ਹਮਦਰਦੀ ਹੈ, ਪਰ ਕੀ ਉਹਨਾਂ ਦੀ ਜਾਤ ਧਰਮ ਦਾ ਕੋਈ ਜਾਣਕਾਰੀ ਹੈ ਕਿਸੇ ਨੂੰ ਵੀ ਉਹ ਕੌਣ ਸੀ, ਕਿਹਨੂੰ ਮਰਵਾਉਣਾ ਚਾਹੁੰਦੀ ਹੈ। ਨਰਿੰਦਰ ਮੋਦੀ ਸਾਹਿਬ ਨੂੰ ਕੀ ਕਹਿੰਦੀ ਹੈ ਕਿ ਤੁਸੀਂ ਹਿਟਲਰ ਵਾਲਾ ਰੂਪ ਧਾਰਨ ਕਰ ਲਓ। ਅਜੇ ਤੱਕ ਡੈਮੋਕ੍ਰੇਸੀ ਮਾੜੀ ਮੋਟੀ ਜਿਉਂਦੀ ਹੈ, ਬਚਦੀ ਹੈ। ਤੁਸੀਂ ਇਹ ਦੇਖੋ ਇਹਨਾਂ ਦਿਨਾਂ ਦੇ ਵਿੱਚ ਕਰੋਨਾ ਨੂੰ ਲੈ ਕੇ ਕਿਸ ਢੰਗ ਦੇ ਨਾਲ ਦੇਸ਼ ਦੀ ਜਿਹੜੀ ਜੁਡੀਸ਼ਰੀ ਹੈ, ਜਿਹੜੀ ਕੱਲ੍ਹ ਤੱਕ ਜੁਡੀਸ਼ਰੀ ਕੁਸਕਦੀ ਨਹੀਂ ਹੁੰਦੀ ਸੀ, ਤੇ ਹੁਣ ਉਹ ਜੁਡੀਸ਼ਰੀ ਨੇ ਕਿਹੜਾ ਰੂਪ ਅਖਤਿਆਰ ਕੀਤਾ ਵਾ ਜੀ। ਤੇ ਢਿੱਲੋਂ ਸਾਹਿਬ ਜੇ ਗੱਲ ਕਰੀਏ ਤਾਂ ਮੈਂ ਬੜੇ ਟਵੀਟ ਪੜ੍ਹ ਰਿਹਾ, ਹੋਰ ਆ ਰਿਹਾ, ਬੜੇ ਸੰਜੀਦਾ ਲੋਕਾਂ ਦੇ ਵੀ ਟਵੀਟ ਆ ਰਹੇ ਆ ਕਿ ਸਾਨੂੰ ਦੇਸ਼ ਦਾ ਸ਼ਾਸਕ ਚਾਹੀਦਾ। ਸਾਡਾ ਦੇਸ਼ ਜਿਹੜਾ ਹੈ ਕਹਿੰਦੇ ਲੀਡਰਲੈਸ ਹੈ, ਇਹਨੂੰ ਪਤਾ ਨਹੀਂ ਲੱਗ ਰਿਹਾ ਕੌਣ ਚਲਾ ਰਿਹਾ ਕੀ ਹੈ। ਦੇਖੋ ਇਹ ਤਾਂ ਖੈਰ ਸਿਆਣੇ ਬੰਦੇ ਟਵੀਟ ਕਰਦੇ ਆ, ਪਰ ਇਹ ਜਿਹੜੀ ਗੱਲ ਕਹੀ ਹੈ ਇਹ ਗੱਲ ਕਿਸੇ ਮਾੜੇ ਮੋਟੇ ਬੰਦੇ ਨੇ ਨਹੀਂ ਕਹੀ। ਇਹ ਗੱਲ ਕਹੀ ਹੈ ਜੀ ਬਤਰਾ ਹੌਸਪੀਟਲ ਦੇ ਜਿਹੜੇ ਇੰਚਾਰਜ ਹੈ ਜੀ, ਉਹਨਾਂ ਦਾ ਨਾਮ ਡਾਕਟਰ SCL ਗੁਪਤਾ ਜੀ, ਉਹਨਾਂ ਨੇ ਕਹੀ ਹੈ। ਇੰਡੀਆ ਟੂਡੇ ਦੇ ਕੰਸਲਟਿੰਗ ਐਡੀਟਰ ਰਾਜਦੀਪ ਸਰਦੇਸਾਈ ਦੇ ਨਾਲ ਇੱਕ ਉਹਨਾਂ ਦੀ ਇੰਟਰਵਿਊ ਹੋਈ ਹੈ। ਰਾਜਦੀਪ ਸਰਦੇਸਾਈ ਦੇ ਬਾਰੇ ਮੇਰੇ ਨਾਲ ਤੁਸੀਂ ਬਿਹਤਰ ਜਾਣਦੇ ਹੋ ਕਿਉਂਕਿ ਤੁਹਾਡਾ ਤਜਰਬਾ ਇਲੈਕਟ੍ਰੋਨਿਕ ਮੀਡੀਆ ਦਾ ਪੁਰਾਣਾ ਹੈ, ਤੇ ਪ੍ਰਿੰਟ ਤੋਂ ਇਲੈਕਟ੍ਰੋਨਿਕ ਦੇ ਵਿੱਚ ਆਇਆ, ਤੇ ਇਲੈਕਟ੍ਰੋਨਿਕ ਦੇ ਵਿੱਚ ਆ ਕੇ ਵੀ ਉਸ ਬੰਦੇ ਨੇ ਆਪਣਾ ਨਾਮ ਬਣਾਇਆ, ਬਹੁਤ ਵਧੀਆ ਬਣਾਇਆ। ਜੇ ਆਪਾਂ ਦੇਖੀਏ 2002 ਦਾ ਜੋ ਕੁਝ 2000 ਦਾ ਜੋ ਕੁਛ ਉੱਥੇ ਹੋਇਆ ਸੀ ਗੁਜਰਾਤ ਦੇ ਵਿੱਚ, ਉਹਨੂੰ ਵੀ ਬੇਨਕਾਬ ਕਰਨ ਦੇ ਵਿੱਚ ਉਹਦਾ ਕਾਫੀ ਯੋਗਦਾਨ ਹੈ, ਤੇ ਉਹਨੂੰ ਇਹ ਵੀ ਕਰਨਾ ਪਿਆ, ਉਹਨੂੰ ਉਹਦਾ ਕਾਫੀ ਖਮਿਆਜਾ ਵੀ ਭੁਗਤਣਾ ਪਿਆ। ਉਹਨੇ ਇੱਕ ਸਵਾਲ ਕੀਤਾ ਜੀ, ਸਵਾਲ ਕੀਤਾ ਉਹਨੇ ਗੁਪਤਾ ਜੀ ਨੂੰ, ਕਹਿੰਦਾ ਜੀ ਹਸਪਤਾਲ ਚਲਾਉਣਾ ਕਿੰਨਾ ਕੁ ਔਖਾ ਹੈ। ਤੇ ਡਾਕਟਰ ਗੁਪਤਾ ਕਹਿੰਦੇ ਵੀ ਆ ਜਿਹੜਾ ਕਰੋਨਾ ਵਾਲੀ ਹੈ ਜੀ ਸਥਿਤੀ, ਆਕਸੀਜਨ ਮਿਲ ਨਹੀਂ ਰਹੀ, ਮੇਰੇ ਜੀਵਨ ਦੀਆਂ ਜਿਹੜੀਆਂ ਕਹਿੰਦਾ ਸਭ ਤੋਂ ਖਤਰਨਾਕ ਤਰਾਸਦੀਆਂ ਜੀ ਉਹਨਾਂ ਦੇ ਵਿੱਚੋਂ ਇੱਕ ਹੈ। ਮਰੀਜ਼ ਮਰ ਰਹੇ ਹੈ, ਮੈਡੀਕਲ ਆਕਸੀਜਨ ਮਿਲ ਨਹੀਂ ਰਹੀ ਜੀ, ਕਰੋਨਾ ਨਾਲ ਲੜਨ ਲਈ ਆਕਸੀਜਨ ਦਵਾਈਆਂ ਤੇ ਵੈਕਸੀਨ ਦੀ ਲੋੜ ਹੈ, ਪਰ ਹੋ ਕੁਝ ਵੀ ਨਹੀਂ ਰਿਹਾ ਜੀ। ਉਹਨੇ ਬਹੁਤ ਵੱਡਾ ਉਹਨੇ ਸਵਾਲ ਕਰਤਾ, ਕਹਿੰਦਾ ਇਸ ਦੇਸ਼ ਨੂੰ ਚਲਾ ਕੌਣ ਰਿਹਾ, ਮੈਨੂੰ ਨਹੀਂ ਪਤਾ। ਇਹ ਗੱਲ ਮਿਸਟਰ ਗੁਪਤਾ ਨੇ ਨਹੀਂ ਕਹੀ ਜੀ, ਇਹ ਗੱਲ ਜਿਹੜੀ ਹੈਗੀ ਹੈ ਤਾਂ ਹਾਈ ਕੋਰਟਾਂ ਵੀ ਕਹਿ ਚੁੱਕੀਆਂ, ਕਈ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ ਜੀ। ਔਰ ਮਿਸਟਰ ਗੁਪਤਾ ਦੇ ਆਪਣੇ ਹਸਪੀਟਲ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਸੀ ਸੁਪਰੀਮ ਆਪਣੇ ਦਿੱਲੀ ਹਾਈ ਕੋਰਟ ਦੇ ਵਿੱਚ ਕਿ ਜੀ ਸਾਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇ, ਬੰਦੇ ਮਰ ਰਹੇ, ਜ਼ਿਕਰ ਆਪਾਂ ਕੱਲ ਵੀ ਕੀਤਾ ਸੀ, ਸਾਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇ, ਬੰਦੇ ਮਰ ਰਹੇ। ਜਦੋਂ ਦਾਨੇਵਾਲੀਆ ਸਾਹਿਬ ਸੁਣਵਾਈ ਹੋ ਰਹੀ ਸੀ ਜੀ, ਚਲਦੀ ਸੁਣਵਾਈ ਦੇ ਦੌਰਾਨ ਉਹਨਾਂ ਨੂੰ ਮੈਸੇਜ ਮਿਲ ਗਿਆ ਗੁਪਤਾ ਜੀ ਨੂੰ ਕਿ ਤੁਹਾਡੇ ਹਸਪੀਟਲ ਦਾ ਜਿਹੜਾ ਗੈਸਟਰੋ ਦਾ ਡਾਕਟਰ ਸੀ, ਉਹ ਵੀ ਹੈਡ ਆਫ ਡਿਪਾਰਟਮੈਂਟ ਸੀ, ਗੁਜ਼ਰ ਗਿਆ, ਉਹ ਵੀ ਜਿਹੜਾ ਹੈਗਾ ਆਕਸੀਜਨ ਦਾ ਪ੍ਰੈਸ਼ਰ ਘਟਣ ਦੀ ਵਜ੍ਹਾ ਕਾਰਨ ਉਹ ਵੀ ਗੁਜ਼ਰ ਗਿਆ। ਹੁਣ ਜਿਹਦਾ ਸਾਥੀ ਚਲਾ ਜਾਵੇ ਤੇ ਤੁਹਾਡੇ ਕੋਲ ਸਾਰਾ ਕੁਝ ਹੋਵੇ ਜੀ, ਤੁਹਾਡੇ ਕੋਲ ਇੱਕ ਬਹੁਤ ਵੱਡਾ ਇਨਫਰਾਸਟ੍ਰਕਚਰ ਹੋਵੇ, ਤੁਹਾਡੇ ਕੋਲ ਇੱਕ ਹਸਪੀਟਲ ਹੋਵੇ, ਤੁਹਾਡੇ ਕੋਲ ਕਾਬਲ ਡਾਕਟਰ ਹੋਣ, ਪਰ ਕਿਸੇ ਬੰਦੇ ਨੂੰ ਜਿਉਂਦਾ ਰੱਖਣ ਦੇ ਲਈ ਜਿਹੜੀ ਸਭ ਤੋਂ ਵੱਡੀ ਲੋੜ ਕੀ ਹੈ, ਉਹ ਆਕਸੀਜਨ ਹੈ। ਤੇ ਆਕਸੀਜਨ ਦੀ ਜੇ ਆਪਾਂ ਹਾਲਤ ਦੇਖੀ ਤੇ ਆਕਸੀਜਨ ਜਦੋਂ ਫੇਫੜੇ ਕੰਮ ਨਹੀਂ ਕਰਦੇ, ਆਕਸੀਜਨ ਨਹੀਂ ਖਿੱਚਦੇ, ਤੇ ਉਦੋਂ ਆਪਾਂ ਆਕਸੀਜਨ ਲਾਉਣੇ ਬਿਲਕੁਲ। ਉਹ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਬੰਦੇ ਨੂੰ ਇਹ ਥੋੜਾ ਠੀਕ ਕੀਤਾ ਜਾਵੇ, ਫੇਫੜੇ ਜਿਹੜੇ ਆ ਦੁਬਾਰਾ ਫਿਰ ਆਪਣੇ ਅਸਲ ਰੂਪ ਦੇ ਵਿੱਚ ਆਉਣ, ਅਸਲ ਮੋਡ 'ਚ ਆਉਣ, ਤੇ ਉਹ ਕੰਮ ਕਰਨ। ਇਹ ਹੈ ਇਹਦੇ ਤੇ ਜਦੋਂ ਆਕਸੀਜਨ ਨਹੀਂ ਮਿਲਦੀ, ਬੰਦਾ ਕੁਛ ਕਰਨਾ ਚਾਹੁੰਦਾ ਤਾਂ ਵੀ ਨਹੀਂ ਕਰ ਸਕਦਾ, ਕੁਛ ਨਹੀਂ ਕਰ ਸਕਦਾ। ਪਰਸੋਂ ਆਪਾਂ ਇੱਕ ਪ੍ਰੋਗਰਾਮ ਕਰ ਰਹੇ ਸੀ, ਤੇ ਉਸ ਪ੍ਰੋਗਰਾਮ ਦੇ ਵਿੱਚ ਜਦੋਂ ਆਪਾਂ ਕਰੋਨਾ ਦੀ ਗੱਲ ਕਰਦੇ ਸੀ ਜੀ, ਤੁਸੀਂ ਮੈਨੂੰ ਇੱਕ ਸਵਾਲ ਕਰਤਾ ਸੀ ਜੀ ਵੀ ਇਹ ਰਾਜੇ ਨੂੰ ਕੀ ਪਤਾ ਲੱਗ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਨੂੰ, ਵੀ ਇਹ ਕੰਮ ਲੰਬਾ ਚੱਲੂਗਾ। ਉਹਦਾ ਫਿਰ ਕੱਲ ਮੈਨੂੰ ਜਵਾਬ ਮਿਲ ਗਿਆ। ਆਪਾਂ ਨੂੰ ਮੈਂ ਤਾਂ ਆਪ ਮੈਂ ਤੁਹਾਡਾ ਵੀ ਜਿੰਨਾ ਕਿਸੇ ਵੀ ਹਾਂਜੀ ਉਹਨਾਂ ਨੇ ਪੜ੍ਹਿਆ ਹੋਊ, ਕਿਤੇ ਕੀਤਾ ਹੋਊ। ਕੱਲ ਡਾਕਟਰ ਸੇਖੋਂ ਦਾ, ਗੁਰਜੰਟ ਸਿੰਘ ਸੇਖੋਂ ਜਿਹੜੇ ਮਲੋਟ ਵਾਲੇ ਹੈ ਜੀ, ਉਹਨਾਂ ਦਾ ਮੈਨੂੰ ਫੋਨ ਆਇਆ, ਉਹਨਾਂ ਨੇ ਇੱਕ ਮੈਨੂੰ ਬੜੀ ਕੰਮ ਦੀ ਗੱਲ ਦੱਸੀ, ਆਪਾਂ ਉਹਨੇ ਦੇ ਨਾਲ ਉਹ ਵੀ ਜੋੜ ਲਈਏ। ਉਹ ਕਹਿੰਦੇ ਵੀ ਜਿਹੜਾ ਸਾਡੀ ਬਾਡੀ ਹੈ, ਸਾਡਾ ਸਰੀਰ ਹੈ,
ਇਸ ਸਰੀਰ ਦੇ ਵਿੱਚ ਕੁਦਰਤ ਨੇ ਬੜੀਆਂ ਫੈਕਟਰੀਆਂ ਲਾਈਆਂ ਹੋਈਆਂ। ਹਾਂ ਬਿਲਕੁਲ ਜੀ। ਜਦੋਂ ਕਹਿੰਦੇ ਕੋਈ ਬਾਹਰਲਾ ਵਾਇਰਸ ਸਾਡੇ ਅੰਦਰ ਵੜਦਾ ਹੈ, ਉਸ ਵਾਇਰਸ ਦਾ ਮੁਕਾਬਲਾ ਕਰਨ ਵਾਸਤੇ ਫਿਰ ਉਹ ਫੈਕਟਰੀਆਂ ਐਕਟਿਵ ਹੋ ਜਾਂਦੀਆਂ, ਕੰਮ ਸ਼ੁਰੂ ਕਰ ਦਿੰਦੀਆਂ। ਉਹ ਕੰਮ ਸ਼ੁਰੂ ਕਰ ਦਿੰਦੀਆਂ ਤੇ ਉਹਦਾ ਮੁਕਾਬਲਾ ਕਰਨ ਵਾਸਤੇ ਜਿਹੜੇ ਹੈਗੇ ਆ ਉਹ ਬਰਾਬਰ ਵਾਇਰਸ ਸ਼ੁਰੂ ਕਰ ਦਿੰਦੇ। ਫਿਰ ਉਹ ਦੋਨੇ ਜਿਹੜੇ ਹੈਗੇ ਲੜਾਈ ਕਰਦੇ ਆਪਸ ਵਿੱਚ, ਬਾਡੀਜ਼ ਤੇ ਐਂਟੀਬਾਡੀਜ਼। ਹਾਂ, ਜਿਹੜੀ ਬਾਡੀਜ਼ ਤੇ ਐਂਟੀਬਾਡੀ ਜਿਹੜੀ ਉਹ ਕਰਦੇ ਆ। ਮੈਂ ਜਾ ਰਿਹਾ ਸੀ ਉਸ ਵੇਲੇ ਆਪਣੀ ਘਰਵਾਲੀ ਦੇ ਲਵਾਉਣ ਵਾਸਤੇ ਵੈਕਸੀਨ, ਤੇ ਹੁਣ ਮੈਨੂੰ ਨਾ ਪੁੱਛ ਲਿਆ ਡਾਕਟਰ ਸਾਹਿਬ ਨੇ, ਕਹਿੰਦੇ ਕਿਵੇਂ ਤੇਰੇ ਕੋਲ ਟਾਈਮ ਹੈ? ਮੈਂ ਕਿਹਾ ਜੀ ਮੈਂ ਗੱਡੀ ਚਲਾ ਰਿਹਾ ਪਰ ਮੇਰੇ ਬਲੂਟੁੱਥ ਲੱਗਿਆ ਸੀ, ਕੋਈ ਗੱਲ ਨਹੀਂ ਗੱਲ ਕਰੋ। ਉਹ ਕਹਿੰਦੇ ਵੀ ਇੰਜੈਕਸ਼ਨ ਵੈਕਸੀਨ ਲਾਉਣਾ। ਮੈਂ ਕਿਹਾ ਵੀ, ਕਹਿੰਦੇ ਇਹ ਵੀ ਉਹੀ ਚੀਜ਼ ਹੈ, ਉਹ ਅੰਦਰਲੀਆਂ ਫੈਕਟਰੀਆਂ ਤਿਆਰ ਕਰਦੀਆਂ ਐਂਟੀਬਾਡੀ। ਇਹ ਐਂਟੀਬਾਡੀ ਜਿਹੜੀ ਤੁਹਾਡੇ ਚ ਲਾਏ ਜਾਂਦੇ ਵੀ ਵਾਇਰਸ ਹੀ ਹੈ, ਇਹ ਵਾਇਰਸ ਭੇਜਿਆ ਜਾ ਰਿਹਾ। ਔਰ ਉਹਨਾਂ ਨੇ ਮੈਨੂੰ ਇੱਕ ਬੜੀ ਕੰਮ ਦੀ ਗੱਲ ਦੱਸੀ ਕਿ ਕਈ ਵਿਕਸਿਤ ਦੇਸ਼ਾਂ ਦੇ ਵਿੱਚ ਹੁਣ ਕਰੋਨਾ ਜਿਹੜਾ ਹੈਗਾ ਕਾਬੂ ਹੇਠ ਆ ਗਿਆ। ਤੇ ਮੈਨੂੰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ, ਕਹਿੰਦੇ ਸ਼ਾਇਦ ਤੈਨੂੰ ਵੀ ਹੋ ਕੇ ਹਟ ਗਿਆ ਹੋਵੇ। ਮੈਂ ਕਿਹਾ ਜੀ ਸਿੰਪਟਮ ਤਾਂ ਕੋਈ ਹੈ ਨਹੀਂ ਸੀ। ਉਹ ਕਹਿੰਦੇ ਸਿੰਪਟਮ ਨਹੀਂ ਹੈਗੀ, ਕਈ ਵਾਰੀ ਲੱਛਣ ਨਹੀਂ ਆਉਂਦੇ ਹੁੰਦੇ, ਸਾਨੂੰ ਹੋ ਕੇ ਬੁਖਾਰ ਵਗੈਰਾ ਹਟ ਜਾਂਦਾ ਹੈ ਤਾਂ ਇੱਕ ਕਿਸਮ ਦਾ ਫਲੂ ਹੀ ਹੈ। ਬਿਲਕੁਲ ਠੀਕ ਹੈ ਨਾ। ਜਿਹੜੇ ਬੰਦੇ ਵੱਡੀ ਉਮਰ ਦੇ ਹੁੰਦੇ ਆ, ਜਿਨ੍ਹਾਂ ਬੰਦਿਆਂ ਨੂੰ ਕੋਈ ਹੋਰ ਬਿਮਾਰੀਆਂ ਹੁੰਦੀਆਂ, ਉਹਨਾਂ ਦੀ ਐਂਟੀਬਾਡੀ ਦੇ ਵਿੱਚ ਨਹੀਂ, ਉਹ ਮੁਕਾਬਲਾ ਨਹੀਂ ਕਰ ਸਕਦੇ, ਉਹਨਾਂ ਦੀ ਡੈਥ ਹੋ ਜਾਂਦੀ ਹੈ ਜਾਂ ਜਿਵੇਂ ਆਕਸੀਜਨ ਵਗੈਰਾ ਨਹੀਂ ਮਿਲਦੀ। ਸੋ ਜਦੋਂ ਉਹਨਾਂ ਨੇ ਮੈਨੂੰ ਦੱਸੀ, ਮੈਂ ਕਿਹਾ ਚਲੋ ਮੇਰੀ ਕਲੈਰਿਟੀ ਹੋ ਗਈ। ਉਹ ਕਹਿੰਦੇ ਵੀ ਆਪਣੇ ਵੀ ਤੁਹਾਡੇ ਸ਼ਹਿਰ ਦੇ ਵਿੱਚ 70% ਲੋਕਾਂ ਨੂੰ ਹੋ ਹਟਿਆ ਹੋਣਾ। ਉਹਨਾਂ ਨੇ ਮੈਨੂੰ ਇਹ ਵੀ ਦੱਸੀ ਸੀ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਸਰਵੇਖਣ ਕਰਵਾਇਆ ਸੀ, 25% ਤੇ ਡਾਟਾ ਪਹੁੰਚ ਗਿਆ ਜੀ ਭਾਰਤ ਦੇ ਵਿੱਚ। ਹਾਂਜੀ ਹਰ ਚੌਥੇ ਬੰਦੇ ਨੂੰ ਕਰੋਨਾ ਵੀ ਹੈ ਤੇ ਨਾਲ ਐਂਟੀਬਾਡੀਜ਼ ਵੀ ਜਿਹੜੀਆਂ ਹੈਗੀਆਂ ਉੱਥੇ ਬਣੀਆਂ, ਜਿਨ੍ਹਾਂ ਲੋਕਾਂ ਨੂੰ ਹੋ ਕੇ ਹਟ ਗਿਆ ਸੀ। ਸੋ ਇੱਕ ਗੱਲ ਤਾਂ ਮੇਰੀ ਬੇਨਤੀ ਹੈ ਕਿ ਸਾਡਾ ਇਸ ਵੇਲੇ ਪਹਿਲੀ ਗੱਲ ਤਾਂ ਹੈ ਕਿ ਸਾਨੂੰ ਨਾ ਤਾਂ ਆਕਸੀਜਨ ਮਿਲ ਰਹੀ ਹੈ ਤੇ ਨਾ ਵੈਕਸੀਨ ਮਿਲ ਰਹੀ ਹੈ। ਵੈਕਸੀਨ ਬਣਾਉਣ ਵਾਲਾ ਜਿਹੜੀ ਸਾਡੇ ਕੋਲੇ ਸੀਰਮ ਇੰਸਟੀਚਿਊਟ ਹੈ, ਸੀਰਮ ਇੰਸਟੀਚਿਊਟ ਦਾ ਜਿਹੜਾ ਮਾਲਕ ਹੈ ਕਿ ਆਧਾਰ ਕੋਨਾ ਵਾਲਾ ਹੈ, ਉਹ ਦੇਸ਼ ਛੱਡ ਕੇ ਚਲਾ ਗਿਆ। ਉਹਦਾ ਉੱਡ ਗਿਆ। ਉਹਨੇ ਤਾਂ ਪਹਿਲੇ ਮਹਿਲ ਲੈ ਲਿਆ ਸੀ ਕਿਰਾਏ ਤੇ। ਹਾਂ, ਉਹਨੇ ਕਿਰਾਏ ਤੇ ਮਹਿਲ ਲੈ ਲਿਆ ਸੀ। ਉਹਨੇ ਇਹ ਗੱਲ ਕਹਿ ਦਿੱਤੀ ਸੀ ਮੇਰੇ ਤੇ ਦਬਾਅ ਬਹੁਤ ਹੈ। ਵੱਡੇ ਲੋਕ ਮੈਨੂੰ ਜਿਹੜੇ ਹੈਗੇ ਆ ਉਹ ਵੈਕਸੀਨ ਪ੍ਰੋਵਾਈਡ ਕਰਨ ਵਾਸਤੇ ਥ੍ਰੈਟ ਕਰਦੇ, ਧਮਕੀਆਂ ਦਿੰਦੇ ਆ। ਕੌਣ ਹੈ ਵੱਡੇ ਲੋਕ? ਜਿਨ੍ਹਾਂ ਤੋਂ ਪੁਨਾ ਵਾਲਾ ਡਰ ਗਿਆ। ਉਹ ਕੋਈ ਐਰਾ ਗੈਰਾ ਨੱਥੂ ਖੈਰਾ ਤਾਂ ਹੈ ਨਹੀਂ, ਉਹ ਤਾਂ ਕੋਈ ਸਿਰੇ ਵਾਲੇ ਸਿਖਰ ਵਾਲੇ ਹੋਣਗੇ। ਕਹਿੰਦਾ ਵੀ ਇਕੱਲੇ ਬੰਦੇ ਦੇ ਕੰਮ ਦਾ ਬਸ ਦੀ ਰੋਗ ਨਹੀਂ, ਮੈਂ ਇਹਨਾਂ ਕਿਵੇਂ ਪੈਦਾ ਕਰ ਲਾਂ? ਮੈਂ ਤਾਂ ਜੀ ਆਪਣੇ ਬੱਚਿਆਂ ਨੂੰ ਲੈ ਕੇ ਆ ਗਿਆ ਕਿ ਘੱਟੋ ਘੱਟ ਅਸੀਂ ਸੁਰੱਖਿਅਤ ਰਹੀਏ। ਤੇ ਨਾਲ ਉਹਨੇ ਕਹਿੰਦਾ ਸੀ ਅਸੀਂ ਹੋਰ ਦੇਸ਼ਾਂ ਨਾਲ ਗੱਲ ਕਰਕੇ ਕਿਤੇ ਬਾਹਰੋਂ ਇਹਦੀ ਪ੍ਰੋਡਕਸ਼ਨ ਸ਼ੁਰੂ ਕਰਾਂਗੇ। ਪਰ ਹੁਣ ਕਹਿੰਦੇ ਜੀ ਕਿ ਨਵਾਂ ਬਿਆਨ ਆ ਗਿਆ, ਕਹਿੰਦੇ ਜੀ ਵਾਪਸ ਵੀ ਆ ਜਾਣਾ। ਮੇਰਾ ਖਿਆਲ ਉਹਨੂੰ ਫਿਰ ਕਹਿੰਦਾ ਵੀ ਇੱਥੇ ਵੀ ਜੇ ਤੈਨੂੰ ਧਮਕੀ ਇੱਥੇ ਹੁੰਦੀ ਹੈ ਤਾਂ ਇੱਥੇ ਵੀ ਹੋ ਸਕਦੀ ਹੈ ਤੇ ਤੂੰ ਆ ਜਾ। ਹੁਣ ਹਾਲਤ ਇਹ ਹੈ, ਜਦੋਂ ਮੈਂ ਕੱਲ ਵੈਕਸੀਨ ਲਵਾ ਕੇ ਆਇਆ ਕਿ ਹਾਹਾਕਾਰ ਮੱਚੀ ਪਈ ਹੈ। ਉੱਥੇ ਲੋਕ ਆ ਰਹੇ ਆ ਵੀ ਇਹ ਪਤਾ ਨਹੀਂ ਜੀ ਕਿਹੜੇ ਵੇਲੇ ਖਤਮ ਹੋ ਜੀ, ਲਵਾ ਲਓ ਜੀ ਤੋਂ ਲੱਗਦੀ ਹੈ। ਪਰ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਦਾਨੇ ਸਭ ਇਹ ਭੁਲੇਖਾ ਵੀ ਬਹੁਤ ਵੱਡਾ ਭੁਲੇਖਾ ਵੀ ਇਹ ਪਤਾ ਨਹੀਂ ਕੀ ਕਰ ਦੂਗੀ। ਇਹ ਪਤਾ ਨਹੀਂ ਕੀ ਹੈ। ਦੁਨੀਆ ਦੇ ਵਿੱਚ ਜਿਨ੍ਹਾਂ ਦੇਸ਼ਾਂ ਦੇ ਵਿੱਚ ਥੋੜਾ ਜਿਹਾ ਕਾਬੂ ਹੇਠ ਆਇਆ, ਉਹਨਾਂ ਦੇਸ਼ਾਂ ਨੇ ਟੀਕਾਕਰਨ ਕੀਤਾ ਹੈ। ਉਹਦਾ ਲੱਗ ਗਏ ਜੀ, ਹਰੇਕ ਬੱਚੇ ਤੋਂ ਲੈ ਕੇ ਲੱਗ ਗਏ ਵੱਡੇ। ਉਹ ਲੱਗ ਗਏ। ਸਾਡੇ ਤਾਂ ਅਜੇ ਤੱਕ 18 ਸਾਲ ਤੋਂ ਲੈ ਕੇ 18 ਸ਼ੁਰੂ ਨਹੀਂ ਹੋਇਆ ਜੀ, ਸ਼ੁਰੂ ਨਹੀਂ ਹੋਇਆ ਕਿਉਂਕਿ ਉਹ ਵੈਕਸੀਨ ਨਹੀਂ ਆ ਰਹੀ। ਸੋ ਇੱਕ ਤਾਂ ਬੇਨਤੀ ਹੈ ਕਿ ਜਿਹੜੀ ਵੈਕਸੀਨ ਲੱਗਦੀ ਹੈ ਲਗਵਾ ਲਓ। ਜੇ ਤੁਹਾਡੀ ਫ੍ਰੀ ਲੱਗਦੀ ਹੈ ਸਿਵਲ ਹਸਪੀਟਲਾਂ ਜਾ ਕੇ ਲਵਾ ਲਓ, ਸਰਕਾਰੀ ਹਸਪਤਾਲਾਂ 'ਚ ਨਹੀਂ ਲੱਗਦੀ, 4 ਪੈਸੇ ਲੱਗਦੇ ਉਹ ਵੀ ਲੈ ਲਓ। ਕਿਉਂਕਿ ਵੈਕਸੀਨ ਲਵਾ ਕੇ ਕਰੋਨਾ ਕਹਿੰਦੇ ਹੋ ਸਕਦਾ ਹੈ ਪਰ ਡੈਥ ਨਹੀਂ ਹੁੰਦੀ ਜਾਂ ਤੁਹਾਨੂੰ ਵੈਂਟੀਲੇਟਰ ਲੈਣ ਦੀ ਲੋੜ ਨਹੀਂ। ਹਸਪਤਾਲਾਂ ਦੇ ਵਿੱਚ ਜਿਵੇਂ ਲੁੱਟ-ਖਸੁੱਟ ਹੁੰਦੀ ਹੈ। 35 ਡਾਕਟਰ ਸਾਹਿਬ ਆਪਣੇ ਢਿੱਲੋਂ ਸਾਹਿਬ ਕੋਈ ਹਾਲ ਹੈ ਕੋਈ? ਤੁਸੀਂ ਕੱਲ੍ਹ ਹੀ ਦੱਸੀ ਸੀ, ਤੁਸੀਂ ਆਪਣੇ ਤੁਹਾਡੇ ਮਿਲਣ ਵਾਲੇ ਬੰਦੇ ਦੀ ਹਾਲਤ ਕੀ ਹੋਈ ਵੀ ਹੈ, ਉਹਨਾਂ ਵਾਸਤੇ ਜਿਹੜਾ ਅਸੀਂ ਘੱਟੋ ਘੱਟ ਉਹਦੇ ਤੋਂ ਬਚ ਜਾਵਾਂਗੇ। ਫਿਰ ਅਸੀਂ ਇਹ ਕਹੀਏ ਵੀ ਜੇ ਉਦੋਂ ਕਰ ਲੈਂਦੇ। ਪਛਤਾਉਣ ਦੇ ਨਾਲੋਂ ਕਿਰਪਾ ਕਰਕੇ ਬੇਨਤੀ ਹੈ ਕਿ ਜਿੰਨਾ ਕੁ ਹੈ, ਮੇਰੀ ਆਪਣੇ ਸੱਜਣ ਮਿੱਤਰ ਜਿਹੜੇ ਲਿਸਨਰ ਆ ਵਿਦੇਸ਼ਾਂ ਦੇ ਵਿੱਚ ਕਈ ਸੱਜਣਾਂ ਨਾਲ ਗੱਲ ਹੋਈ ਹੈ, ਲਗਭਗ ਹਰ ਇੱਕ ਦੀ ਉੱਥੋਂ ਵੀ ਇਹੀ ਐਡਵਾਈਸ ਹੈ ਕਿ ਤੁਸੀਂ ਲਵਾਓ ਭਾਈ। ਅਸੀਂ ਵੀ ਲਵਾਈ ਜਾਂਦੇ, ਸਗੋਂ ਆਪਾਂ ਨੂੰ ਵੀ ਕਹਿ ਰਹੇ ਆ ਵੀ ਤੁਸੀਂ ਲਵਾਓ ਯਾਰ, ਕਿਤੇ ਇਸ ਗੱਲ ਦੇ ਵਿੱਚ ਖਤਰਾ ਨਾ ਖਾਓ। ਸੋ ਪ੍ਰਚਾਰ ਪ੍ਰਸਾਰ ਕਰਨ ਵਾਲੇ ਬੰਦੇ ਕਰੀ ਜਾਂਦੇ। ਅਸੀਂ ਸਰਕਾਰਾਂ ਨੂੰ ਬਹੁਤ ਨੌਲਦੇ ਹਾਂ, ਨਿੰਦਦੇ ਹਾਂ, ਸਿਸਟਮ ਨੂੰ ਕਰਦੇ ਹਾਂ, ਲੇਕਿਨ ਜਿਹੜਾ ਕੋਈ ਮਾੜਾ ਮੋਟਾ ਉਹ ਚੰਗਾ ਕੰਮ ਕਰਦੇ ਹੈ, ਉਹ ਚੰਗੇ ਕੰਮ ਦਾ ਚੰਗਾ ਜ਼ਿਕਰ ਹੋਣਾ ਚਾਹੀਦਾ। ਜੇ ਕੋਈ ਮਾੜਾ ਮੋਟਾ ਦਿੰਦੇ ਹੈ ਤਾਂ ਭਾਈ ਤੁਸੀਂ ਆਪਣੀ ਵੈਕਸੀਨ ਲਵਾ ਲਓ। ਤੇ ਢਿੱਲੋਂ ਸਾਹਿਬ, ਆਪਾਂ ਕਈ ਵਾਰੀ ਲਿਟਮਸ ਟੈਸਟ ਕਰਦੇ ਹੁੰਦੇ ਹਾਂ। ਯੂਪੀ 'ਚ ਕਹਿੰਦੇ ਲਿਟਮਸ ਟੈਸਟ ਹੋਇਆ ਸੀ, ਹਾਂਜੀ, ਵਿਧਾਨ ਸਭਾ ਤੋਂ ਪਹਿਲਾਂ। ਕੀ ਨਤੀਜੇ ਨਿਕਲੇ ਉਹਦੇ? ਵੈਸੇ ਨਤੀਜੇ ਤਾਂ ਦਾਨੇ ਵਾਲੀ ਸਾਹਿਬ ਨਿਕਲ ਆਏ, ਪਰ ਜੇ ਆਪਾਂ ਦੇਖੀਏ ਇਹ ਲਿਟਮਸ ਟੈਸਟ ਤੋਂ ਪਹਿਲਾਂ ਆਪਾਂ ਤਾਂ ਰਿਜ਼ਲਟ ਦਿੱਤਾ ਸੀ। ਜਦੋਂ ਬੰਗਾਲ ਦੀਆਂ ਚੋਣਾਂ ਦਾ ਅਮਲ ਚੱਲਦਾ ਸੀ, ਉਹਨਾਂ ਦਿਨਾਂ ਦੇ ਵਿੱਚ ਹੀ ਆਪਾਂ ਇਹ ਗੱਲ ਕੀਤੀ ਸੀ ਕਿ ਹੁਣ ਯੂਪੀ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ। ਪੰਜਾਬ ਦੇ ਵਿੱਚ ਜਾਂ ਮਤਲਬ ਜਿਹੜੇ ਪੰਜਾਬੀ ਰੇਡੀਓ ਟੈਲੀਵਿਜ਼ਨ ਆ, ਕਾਫੀ ਸਾਰੇ ਉਹਨਾਂ ਨੇ ਖਬਰ ਨੂੰ ਕਵਰ ਨਹੀਂ ਕੀਤਾ ਸੀ ਕਿਉਂਕਿ ਜਿਹੜੀ ਬਰੀਕੀ ਨਾਲ ਖਬਰ ਅਖਬਾਰਾਂ ਖੂਰਾਂ ਪੜ੍ਹਦੇ ਨਹੀਂ। ਹਾਂਜੀ, ਉਹਨਾਂ ਦਿਨਾਂ 'ਚ ਮੇਰੇ ਧਿਆਨ ਦੇ ਵਿੱਚ ਇੱਕ ਗੱਲ ਆ ਗਈ ਸੀਗੀ ਕਿ ਯੂਪੀ ਦੀ ਹਾਈ ਕੋਰਟ ਨੇ, ਇਲਾਹਾਬਾਦ ਹਾਈ ਕੋਰਟ ਨੇ ਇੱਕ ਹੁਕਮ ਦੇ ਦਿੱਤਾ ਕਿ ਤੁਸੀਂ ਮਿੱਥੇ ਹੋਏ ਸਮੇਂ ਦੇ ਵਿੱਚ ਪੰਚਾਇਤ ਚੋਣਾਂ ਕਰਵਾਈਆਂ ਨਹੀਂ ਤੇ ਕਰਵਾਓ।
ਉਹ ਪੰਚਾਇਤ ਚੋਣਾਂ ਕਰਵਾਉਣੀਆਂ ਸੀ ਤੇ ਪੰਚਾਇਤ ਚੋਣਾਂ ਦਾ ਆਪਾਂ ਨੂੰ ਜਿੰਨਾ ਕੁ ਪਤਾ ਆਪਾਂ ਰਿਜ਼ਲਟ ਕਿਉਂ ਦੱਸਦਾ ਸੀ ਕਿ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਕਿਸਾਨ ਲਹਿਰ ਨੇ ਜ਼ੋਰ ਫੜਿਆ ਜੀ, ਉਹ ਲਹਿਰ ਲਗਭਗ ਯੂਪੀ ਦੇ ਸਾਰੇ ਪਹੁੰਚ ਗਈ ਹੈ। ਔਰ ਉਹਦੇ 'ਚ ਜਿਹੜੀ ਹੈ ਕਿਉਂਕਿ ਪੰਚਾਇਤੀ ਚੋਣਾਂ ਪਿੰਡਾਂ ਨਾਲ ਸੰਬੰਧਿਤ ਹੁੰਦੀਆਂ ਤੇ ਜ਼ਿਆਦਾਤਰ ਲੋਕ ਜਿਹੜੇ ਹੈਗੇ ਹੈ ਪਿੰਡਾਂ ਦੇ ਕਿਸਾਨੀ ਨਾਲ ਸੰਬੰਧਿਤ ਹੈ ਤੇ ਕਿਸਾਨੀ ਹੈ ਇਸ ਵੇਲੇ ਅੱਕੀ ਪਈ ਹੈ, ਅੰਬੀ ਪਈ ਹੈ। ਕੇਂਦਰ ਸਰਕਾਰ ਤੋਂ ਬਹੁਤ ਦੁਖੀ ਹੈ। ਲਿਟਮਸ ਟੈਸਟ ਕੱਲਾ ਆਪਾਂ ਨੂੰ ਇਹ ਨਹੀਂ ਲੱਗਦਾ ਵੀ ਜੋਗੀ ਆਦਿੱਤਿਆਨਾਥ ਹੋ ਗਿਆ, ਨਾਲ ਨਰਿੰਦਰ ਮੋਦੀ ਦਾ ਵੀ ਹੋ ਗਿਆ। ਉਦੋਂ ਆਪਾਂ ਕਹਿ ਦਿੱਤਾ ਸੀ ਕਿ ਤੁਸੀਂ ਰਿਜ਼ਲਟ ਦੇਖੋ, ਰਿਜ਼ਲਟ ਆਉਂਦੇ ਕੀ ਹੈ। ਕੱਲੇ ਬੰਗਾਲ ਦੇ ਰਿਜ਼ਲਟ ਹੀ ਇਹਨਾਂ ਵਾਸਤੇ ਘਾਤਕ ਨਹੀਂ ਹੋਣੇ, ਯੂਪੀ ਦੇ ਰਿਜ਼ਲਟ ਵੀ ਆਉਣਗੇ ਕਿਉਂਕਿ ਅਗਲੇ ਸਾਲ ਯੂਪੀ ਦੇ ਵਿੱਚ ਵੀ ਚੋਣਾਂ ਹੋਣਗੀਆਂ 2022 ਦੇ ਵਿੱਚ ਜਿਨ੍ਹਾਂ ਰਾਜਾਂ 'ਚ ਚੋਣਾਂ ਹੋਣਗੀਆਂ, ਪੰਜਾਬ ਵੀ ਹੈ, ਯੂਪੀ ਵੀ ਹੈ ਤੇ ਉੱਤਰਾਖੰਡ ਵੀ ਹੈ। ਲਓ ਜੀ, ਹੁਣ ਉਹ ਲਿਟਮਸ ਟੈਸਟ 2 ਮਈ ਨੂੰ ਕਹਿੰਦੇ ਗਿਣਤੀ ਸ਼ੁਰੂ ਹੋ ਗਈ ਸੀ ਤੇ 2 ਮਈ ਨੂੰ ਜਿਹੜੀ ਗਿਣਤੀ ਸ਼ੁਰੂ ਹੋਈ ਹੈ ਜੀ, ਕਹਿੰਦੇ ਟੋਟਲ 350 ਅਦਾਰੇ ਹੈ, ਪੰਚਾਇਤਾਂ ਜਿਹੜੀਆਂ ਸੀਟਾਂ ਜਿੱਥੇ ਚੋਣਾਂ ਹੋਈਆਂ। 350 ਦੇ ਵਿੱਚੋਂ ਜੀ ਬੀਜੇਪੀ ਦੇ ਹਿੱਸੇ ਕਿੰਨੇ ਆਉਂਦੀਆਂ? 599 ਲੈ। ਤੇ ਸਮਾਜਵਾਦੀ ਪਾਰਟੀ ਦੇ ਹਿੱਸੇ ਕਿੰਨੇ ਆਉਂਦੀਆਂ ਜੀ? 790। ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਉਂਦੀਆਂ 354 ਤੇ ਕਾਂਗਰਸ ਦੇ ਹਿੱਸੇ ਆਉਂਦੀਆਂ 60। ਹੁਣ 790 354 ਤੇ 60 ਜੋੜ ਲਓ, ਇਹਦਾ 1200 ਬਣਿਆ। ਇਹ 1000 ਤੇ ਇਧਰਲੇ ਪਾਸੇ ਜਿਹੜੀ ਹੈਗੀ ਹੈ ਜੀ 599 600 ਹੀ ਬਣਦੀ ਹੈ ਉਹਨਾਂ ਦੀ, ਡਬਲ ਹੋ ਗਈ, ਆਪੋਜੀਸ਼ਨ ਡਬਲ ਹੋ ਗਈ। ਔਰ ਅਗਲੀ ਗੱਲ ਇਹ ਹੈ ਇਹਦੇ 'ਚ ਕਿ ਜਦੋਂ ਭਾਰਤੀ ਜਨਤਾ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਉਦੋਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਸੀ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀਆਂ ਸੀਟਾਂ 1000 ਤੋਂ ਵੱਧ ਸੀ। ਹੁਣ ਰਾਜ ਭਾਗ ਹੁੰਦਿਆਂ ਜੇ ਇੰਨਾ ਡਾਊਨ ਆ ਗਿਆ ਤੇ ਇਹਦਾ ਮਤਲਬ ਹੈ ਕਿ ਕਿਸਾਨ ਅੰਦੋਲਨ ਨੇ ਆਪਣਾ ਰੰਗ ਦਿਖਾਤਾ। ਇਹਦੇ ਨਾਲ ਇੱਕ ਹੋਰ ਕੱਲੀ ਇਹੀ ਨਹੀਂ ਕਿ ਪੰਚਾਇਤਾਂ ਦੀ ਜਿਹੜੀਆਂ ਮੈਂ 4 ਜਿਹੜੇ ਵੱਡੀਆਂ ਜ਼ਿਲ੍ਹੇ ਹੈ ਉਹਨਾਂ ਦਾ ਮੈਂ ਜ਼ਿਕਰ ਕਰਨਾ ਚਾਹੂੰ। ਰਾਮਚੰਦਰ ਕਿੱਥੇ ਪੈਦਾ ਹੋਇਆ ਸੀ ਜੀ? ਅਯੁੱਧਿਆ 'ਚ। ਅਯੁੱਧਿਆ ਦੀਆਂ ਸੀਟਾਂ ਜੀ ਕੁੱਲ 40 ਤੇ ਬੀਜੇਪੀ ਨੂੰ ਉੱਥੇ ਕਾਇਮ ਮਿਲਦੀਆਂ ਜੀ 6 ਓਨਲੀ 6। ਸਮਾਜਵਾਦੀ ਪਾਰਟੀ ਨੂੰ 24 ਤੇ ਬੀਐਸਪੀ ਨੂੰ ਮਿਲਦੀਆਂ 5। ਬਾਕੀ ਅਲਮ ਛੋਟੀਆਂ ਪਾਰਟੀਆਂ। ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਪਾਰਲੀਮਾਨੀ ਹਲਕਾ ਹੈ ਜੀ ਵਾਰਾਣਸੀ। ਕਾਸ਼ੀ ਜੀ ਵੀ ਕਹਿੰਦੇ ਇਹਨੂੰ। ਉੱਥੇ 40 ਸੀਟਾਂ ਜੀ ਬੀਜੇਪੀ ਨੂੰ ਮਿਲਦੀਆਂ 8 ਤੇ 14 ਮਿਲਦੀਆਂ ਜੀ ਸਮਾਜਵਾਦੀ ਪਾਰਟੀ ਨੂੰ, ਮੁਲਾਇਮ ਸਿੰਘ ਯਾਦਵ ਤੇ 1 ਮਿਲਦੀ ਹੈ ਬੀਐਸਪੀ ਨੂੰ। ਕ੍ਰਿਸ਼ਨ ਭਗਵਾਨ ਕਹਿੰਦੇ ਜੀ ਮਥੁਰਾ 'ਚ ਜੰਮਿਆ ਸੀ ਤੇ ਕ੍ਰਿਸ਼ਨ ਭੂਮੀ ਵੀ ਕਹਿੰਦੇ ਆਜ਼ਾਦ ਕਰਾਉਣੀ ਹੈ। ਅਯੁੱਧਿਆ ਭੂਮੀ ਤਾਂ ਕਹਿੰਦੇ ਰਾਮ ਜਨਮ ਭੂਮੀ ਤਾਂ ਕਹਿੰਦੇ ਆਜ਼ਾਦ ਕਰਾ ਲਈ ਕਿਉਂਕਿ ਉਹ ਮਸੀਤ ਦੀ ਥਾਂ ਦੇ ਉੱਤੇ ਮੰਦਿਰ ਬਣਾਉਣਾ ਸ਼ੁਰੂ ਹੋ ਗਏ ਤੇ ਉਹ ਕਹਿੰਦੇ ਸੀ ਵੀ ਇਹ ਤੋਂ ਬਾਅਦ ਫਿਰ ਜਿਹੜੀ ਕਾਸ਼ੀ ਤੇ ਅਯੁੱਧਿਆ ਦੀ ਵਾਰੀ ਹੈ, ਮਥੁਰਾ ਦੀ ਵਾਰੀ ਹੈ। ਉਹ ਹੁਣ ਜਿਹੜੀ ਮਥੁਰਾ ਦੀ ਸਥਿਤੀ ਕੀ ਹੈ? ਮਥੁਰਾ ਦੀ ਤੁਹਾਨੂੰ ਮੈਂ ਦੱਸ ਦਿੱਤੀ ਕਿ ਕ੍ਰਿਸ਼ਨ ਭਗਵਾਨ ਦੀ ਹਾਲਤ ਹੈ ਤੇ ਵਾਰਾਣਸੀ ਦੀ ਹਾਲਤ ਹੈ ਜੀ 40 ਦੇ ਵਿੱਚੋਂ 8 ਜਿੱਦੀ ਹੈ ਬੀਜੇਪੀ। ਵਾਰਾਣਸੀ ਦੱਸਤੀ ਤੁਸੀਂ, ਮਥੁਰਾ ਦੱਸੋ। ਮਥੁਰਾ ਦੀਆਂ 9 ਜਿੱਦੀ ਹੈ ਬੀਜੇਪੀ ਔਰ 1 ਜਿੱਤਦੀ ਜਿਹੜੀ ਸਮਾਜਵਾਦੀ ਪਾਰਟੀ ਤੇ 12 ਬੀਐਸਪੀ ਜਿੱਤੀ ਹੈ। ਅੱਛਾ, ਇੱਥੇ ਤਕੜੀ ਹੋ ਗਈ ਨਾ ਜੀ। ਆਪੋਜੀਸ਼ਨ ਫਿਰ ਵੀ ਵਧ ਗਈ, 13 ਆ ਗਈਆਂ ਆਪੋਜੀਸ਼ਨ ਦੀਆਂ। ਇਹਨਾਂ ਕੋਲੇ 9 ਰਹਿ ਗਈਆਂ। ਲਖਨਊ ਦੇਸ਼ ਦੀ ਰਾਜਧਾਨੀ ਹੈ, ਯੋਗੀ ਆਦਿੱਤਿਆਨਾਥ ਜੀ ਦਾ ਦਫ਼ਤਰ ਉੱਥੇ ਹੀ ਹੈ। 25 ਸੀਟਾਂ ਜੀ ਬੀਜੇਪੀ ਨੂੰ ਕਿੰਨੀਆਂ ਆਉਂਦੀਆਂ ਜੀ? 3 ਲਖਨਊ ਤੋਂ ਤੇ 10 ਆਉਂਦੀਆਂ ਸਮਾਜਵਾਦੀ ਪਾਰਟੀ ਨੂੰ। 4 ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਸੀ, ਪੰਚਾਇਤੀ ਅਦਾਰਿਆਂ ਦੀਆਂ ਚੋਣਾਂ, ਜ਼ਿਲ੍ਹਾ ਪਰਿਸ਼ਦ ਦੀਆਂ। ਹਾਂਜੀ। ਤੇ ਫਿਰ ਅਗਲੀ ਜੀ ਗੋਰਖਪੁਰ, ਜਿਹੜਾ ਯੋਗੀ ਆਦਿੱਤਿਆਨਾਥ ਦਾ ਆਪਦਾ ਜਿੱਥੇ ਉਹਨਾਂ ਦਾ ਮੱਠ ਬਣਿਆ ਉਹਦੀਆਂ ਹੈਗੀਆਂ 68 ਸੀਟਾਂ ਤੇ 68 ਦੇ ਵਿੱਚੋਂ ਆਉਂਦੀਆਂ ਜੀ 20 ਯੋਗੀ ਆਦਿੱਤਿਆਨਾਥ ਨੂੰ। ਇੱਥੇ ਪੋਜੀਸ਼ਨ ਥੋੜੀ ਜਿਹੀ ਠੀਕ ਹੈ। ਬੀਜੇਪੀ ਨੂੰ ਆਉਂਦੀਆਂ 19 ਆਉਂਦੀਆਂ ਸਮਾਜਵਾਦੀ ਪਾਰਟੀ ਨੂੰ ਤੇ ਬਹੁਜਨ ਸਮਾਜ ਪਾਰਟੀ ਨੂੰ ਆਉਂਦੀਆਂ 2। ਵੱਡੀ ਗੱਲ ਇੱਥੇ ਇਹ ਹੈ ਕਿ ਜਿਹੜੀ ਚੀਜ਼ ਇਹਦੇ ਵਿੱਚ ਨਹੀਂ ਆਪਾਂ ਜੇ ਖਬਰ ਕੀਤੀ ਉਹ ਹੁਣ ਦੱਸਦੇ ਹਾਂ। ਰਣਜੀਤ ਸਿੰਘ ਦਾ ਮੁੰਡਾ ਵੀ ਆਪਣੇ ਚਰਨ ਸਿੰਘ ਦਾ ਮੁੰਡਾ ਵੀ ਅਜੀਤ ਸਿੰਘ, ਉਹ ਵੀ ਕਾਇਮ ਹੋ ਗਿਆ ਉਹਦਾ ਕੰਮ। ਚੌਧਰੀ ਚਰਨ ਸਿੰਘ ਦਾ ਮੁੰਡਾ ਅਜੀਤ ਸਿੰਘ ਹੈ ਤੇ ਅਜੀਤ ਸਿੰਘ ਦਾ ਮੁੰਡਾ ਜਯੰਤ ਚੌਧਰੀ ਹੈ। ਅਜੀਤ ਸਿੰਘ ਵੀ ਹੁਣ ਬਜ਼ੁਰਗ ਹੋ ਗਿਆ ਤੇ ਇਸ ਵੇਲੇ ਕਮਾਂਡ ਜਿਹੜੀ ਹੈਗੀ ਉਹਨਾਂ ਦੀ ਜਯੰਤ ਕੋਲੇ ਉਹਨਾਂ ਦੀ ਪਾਰਟੀ ਦੀ ਰਾਸ਼ਟਰੀ ਨੈਸ਼ਨਲ ਲੋਕ ਦਲ ਪਤਾ ਨਹੀਂ ਕੁਛ ਇਹ ਜਾਣਾ। ਉਹਨਾਂ ਨੇ ਕੋਆਰਡੀਨੇਸ਼ਨ ਕਰ ਲਈ। ਉਹਨਾਂ ਨੇ ਕੋਆਰਡੀਨੇਸ਼ਨ ਕੀਤੀ ਹੈ ਮੁਲਾਇਮ ਸਿੰਘ ਯਾਦਵ ਦੇ ਮੁੰਡੇ ਅਖਿਲੇਸ਼ ਸਿੰਘ ਯਾਦਵ ਨਾਲ ਜੀ। ਔਰ ਜਿਹੜੀ ਕੋਆਰਡੀਨੇਸ਼ਨ ਹੋਈ ਹੈ, ਕੋਆਰਡੀਨੇਸ਼ਨ ਮਰਜ਼ੀ ਨਾਲ ਨਹੀਂ ਹੋਈ। ਇਹ ਕੋਆਰਡੀਨੇਸ਼ਨ ਜਿਹੜੀ ਹੋਈ ਹੈ ਉਹਨਾਂ ਦਾ ਤਾਲਮੇਲ ਹੋਇਆ। ਤਾਲਮੇਲ ਕਰਵਾਉਣ ਦੇ ਵਿੱਚ ਉੱਥੋਂ ਦੀ ਕਿਸਾਨ ਲੀਡਰਸ਼ਿਪ ਦਾ ਬਹੁਤ ਵੱਡਾ ਹੱਥ ਹੈ। ਟਕੈਤ ਭਰਾਵਾਂ ਦਾ ਵੀ ਯੋਗਦਾਨ ਹੈ ਤੇ ਟਕੈਤ ਭਰਾਵਾਂ ਦੇ ਨਾਲ ਇੱਕ ਜਿਹੜੀ ਹੈਗੀ ਹੈ ਉਹ ਖਾਪ ਹੋਰ ਹੈਗੀ ਜਿਹੜੀ ਦਾ ਇੱਕ ਵਾਰੀ ਆਪਾਂ ਜ਼ਿਕਰ ਵੀ ਕੀਤਾ ਸੀ। ਇੱਕ ਮੁਹੰਮਦਨ ਜਿਹੜਾ ਇਹਦਾ ਬਹੁਤ ਕਰੀਬੀ ਹੁੰਦਾ ਸੀਗਾ, ਮਹਿੰਦਰ ਸਿੰਘ ਟਕੈਤ ਦਾ ਸਾਥੀ। ਉਹਨਾਂ ਦੋਨਾਂ ਨੇ ਨਾਲ ਜਿੱਦਣ ਪਹਿਲੇ ਦਿਨ ਰਾਕੇਸ਼ ਟਕੈਤ ਹੋਇਆ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਡਿੱਗੇ
ਤੇ ਉਹ ਹੰਝੂ ਡਿੱਗਣ ਤੋਂ ਬਾਅਦ ਰਾਕੇਸ਼ ਟਕੈਤ ਦੇ ਭਰਾ ਨਰੇਸ਼ ਟਕੈਤ ਨੇ ਉਸ ਚਾਚੇ ਨੂੰ ਆਪਦੇ ਨੂੰ ਫੋਨ ਕੀਤਾ। ਹੈ ਮੁਸਲਿਮ ਭਾਈਚਾਰੇ ਦੇ ਵਿੱਚ, ਚਾਚਾ ਤਾਂ ਹੈ ਕਿ ਆਪਣੇ ਭਾਈਚਾਰਾ ਹੁੰਦਾ ਹੀ ਕਿਉਂਕਿ ਕਨਵਰਟ ਹੋਇਆ, ਹਿੰਦੂਆਂ ਚ ਕਨਵਰਟ ਹੋਇਆ, ਪਰ ਉਹ ਵੀ ਆਪਾਂ ਭਾਈਚਾਰਾ ਹੀ ਹੈ ਸਾਡੇ। ਜਿਵੇਂ ਅਸੀਂ ਹੁਣ ਸਾਡੇ ਇਲਾਕੇ ਦੇ ਵਿੱਚ ਬਿਸ਼ਨੋਈ ਹੈ, ਜਾਟ ਹੈ, ਭਾਈਚਾਰਾ ਸਾਂਝ ਹੈ, ਚਾਚਾ ਤਾਇਆ ਹੀ ਕਹਿੰਦੇ ਆਂਢ ਗੁਆਂਢ ਦੇ ਪਿੰਡਾਂ 'ਚ। ਹਾਂਜੀ, ਮੈਂ ਉਹਦੀ ਇੰਟਰਵਿਊ ਸੁਣੀ ਸੀ। ਉਹਨੇ ਕਿਹਾ ਸੀ ਕਿ ਜਦੋਂ ਮਹਿੰਦਰ ਸਿੰਘ ਟਕੈਤ ਮਤਲਬ ਆਖਰੀ ਸਾਹਾਂ ਤੇ ਸੀ, ਉਦੋਂ ਕਹਿੰਦਾ ਉਹਨੇ ਮੈਨੂੰ ਗੱਲ ਕਹੀ ਸੀ ਕਿ ਭਾਈ ਤੂੰ ਮੇਰੇ ਪੁੱਤਰਾਂ ਦਾ ਖਿਆਲ ਰੱਖੀ। ਤੇ ਅਸੀਂ ਰਾਜਨੀਤਿਕ ਤੌਰ ਤੇ ਵੀ ਇਹਨਾਂ ਦੇ ਨਾਲ ਖੜੇ ਰਹੇ ਹਾਂ। ਲੇਕਿਨ ਜਦੋਂ ਫਿਰ ਉਹ ਦੰਗੇ ਹੋਏ ਹੈ, ਇਹ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਬਿਲਕੁਲ ਹਾਂਜੀ, ਉਹਨਾਂ ਦੰਗਿਆਂ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਅਤਿਆਚਾਰ ਹੋਏ ਤੇ ਅਤਿਆਚਾਰਾਂ ਦੇ ਵੇਲੇ ਇਹ ਜਿਹੜਾ ਟਕੈਤ ਭਾਈ ਸੀਗੇ ਜੀ ਇਹ ਵੀ ਜਿਹੜੇ ਬੀਜੇਪੀ ਦੇ ਨਾਲ ਜਾ ਕੇ ਖੜ ਗਏ ਸੀ। ਉਹ ਕਹਿੰਦੇ ਵੀ ਉਸ ਵੇਲੇ ਅਸੀਂ ਇਹਨਾਂ ਨਾਲ ਤੋੜ ਵਿਛੋੜਾ ਕਰ ਲਿਆ ਸੀ, ਸਮਾਜਿਕ ਸੰਬੰਧ ਰੱਖੇ ਸੀ, ਲੇਕਿਨ ਸਿਆਸੀ ਸੰਬੰਧ ਅਸੀਂ ਤੋੜ ਲਏ ਸੀ ਜੀ। ਬਾਅਦ ਦੇ ਵਿੱਚ ਟਕੈਤ ਭਰਾਵਾਂ ਨੇ ਜਿਹੜੀ ਮਦਦ ਕੀਤੀ ਸੀ ਜੀ, ਉਹ ਬੀਜੇਪੀ ਦੀ ਕੀਤੀ ਸੀ। ਔਰ ਉਸ ਮਦਦ ਵੇਲੇ ਇਹਨਾਂ ਨੇ ਜਯੰਤ ਚੌਧਰੀ ਤੇ ਚੌਧਰੀ ਅਜੀਤ ਸਿੰਘ ਦੀ ਮੁਖਾਲਫਤ ਕੀਤੀ ਸੀ ਜੀ। ਤੇ ਫਿਰ ਜਦੋਂ ਰਾਕੇਸ਼ ਟਕੈਤ ਰੋਇਆ, ਪਹਿਲੀ ਪੰਚਾਇਤ ਹੁੰਦੀ ਹੈ ਉੱਥੇ, ਉਸ ਪੰਚਾਇਤ ਦੇ ਵਿੱਚ ਚਾਚੇ ਨੂੰ ਕਿਹਾ ਚਾਚਾ ਤੂੰ ਵੀ ਆ ਜਾ, ਤੇ ਜਯੰਤ ਚੌਧਰੀ ਵੀ ਆ ਗਿਆ ਸੀ ਜੀ। ਮੰਚ ਦੇ ਉੱਤੇ ਬੈਠ ਕੇ ਉਹਨੇ ਕਹਿੰਦਾ ਫਿਰ ਮੈਂ ਕਿਹਾ ਵੀ ਨਰੇਸ਼ ਟਕੈਤ ਨੂੰ ਵੀ ਤੂੰ ਕੁੱਡੀ ਵੱਡੀ ਗਲਤੀ ਕੀਤੀ। ਉਹਦਾ ਜੀ ਬਿਲਕੁਲ। ਕਹਿੰਦਾ ਵੀ ਫਿਰ ਹੁਣ ਇੱਥੇ ਕਸਮ ਖਾਓ ਵੀ ਅਸੀਂ ਬੀਜੇਪੀ ਦੇ ਉਲਟ ਤੇ ਜਿਹੜੇ ਕਿਸਾਨ ਹਿੱਤੂ ਹੈ, ਜਿਹਦੇ ਵਿੱਚ ਚੌਧਰੀ ਅਜੀਤ ਸਿੰਘ ਵੀ ਹੈ, ਚੌਧਰੀ ਚਰਨ ਸਿੰਘ ਦਾ ਮੁੰਡਾ ਤੇ ਜਯੰਤ ਚੌਧਰੀ ਚਰਨ ਸਿੰਘ ਦਾ ਪੋਤਰਾ ਹੈ, ਇਹਨਾਂ ਦੇ ਨਾਲ ਖੜਾਂਗੇ। ਉਹ ਹੁਣ ਜਿਹੜੇ ਕਿਸਾਨ ਲੀਡਰਸ਼ਿਪ ਦਾ ਪ੍ਰੈਸ਼ਰ ਸੀ ਜੀ, ਉਸ ਪ੍ਰੈਸ਼ਰ ਨੇ ਦੋਨੇ ਜਿਹੜੀਆਂ ਹੈਗੀਆਂ ਕਿਸਾਨ ਧਿਰਾਂ, ਕਿਉਂਕਿ ਮੁਲਾਇਮ ਸਿੰਘ ਯਾਦਵ ਵੀ ਆਪਣੇ ਆਪ ਨੂੰ ਕਿਸਾਨਾਂ ਦਾ ਹੱਥ ਕਹਾਉਂਦਾ ਹੈ, ਚੌਧਰੀ ਚਰਨ ਸਿੰਘ, ਚੌਧਰੀ ਦੇਵੀ ਲਾਲੇ ਤਾਂ ਉਹ ਲੋਕ ਹੈ ਜਿਨ੍ਹਾਂ ਨੂੰ ਕਿਸਾਨਾਂ ਦੇ ਮਸੀਹੇ ਕਿਹਾ ਜਾਂਦਾ ਸੀਗਾ। ਜੇ ਆਪਾਂ ਦੇਖੀਏ ਮਤਲਬ ਸਰ ਛੋਟੂ ਰਾਮ ਤੋਂ ਲੈ ਕੇ ਇੱਕ ਪੀੜ੍ਹੀ ਤੁਰੀ ਆਉਂਦੀ ਸੀ, ਉਹਨਾਂ ਦੇ ਪਰਿਵਾਰ ਹੁਣ ਇਕੱਠੇ ਹੋਏ ਕਿਸਾਨਾਂ ਦੇ ਪ੍ਰੈਸ਼ਰ ਦੀ ਵਜ੍ਹਾ ਕਾਰਨ, ਤੇ ਉਹਦਾ ਨਤੀਜਾ ਆ ਹੈ ਕਿ ਯੂਪੀ ਦੇ ਪਿੰਡਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਪੈਰ ਉਖੜ ਗਏ। ਤੇ ਜਿਹੜਾ ਤੁਸੀਂ ਕਹਿੰਦੇ ਨਾ ਤੇਜ਼ਾਬੀ ਟੈਸਟ, ਮੈਨੂੰ ਲੱਗਦੀ ਹੈ ਤੇਜ਼ਾਬ ਤਾਂ ਆਪਣੀਆਂ ਹੱਥਾਂ ਦੀਆਂ ਉਂਗਲਾਂ ਤੇ ਵੀ ਲੱਗ ਗਿਆ ਉਹਦਾ ਤਾਂ ਮੇਰੇ ਖਿਆਲ ਜਲਨ ਹੋਣੀ ਸ਼ੁਰੂ ਹੋ ਗਈ ਹੈ। ਜੋਗੀ ਆਦਿੱਤਿਆਨਾਥ ਨੂੰ ਤਾਂ ਇਹਨਾਂ ਨੇ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾਇਆ ਸੀ, ਖੁਦਾ ਨਾ ਖਾਸਤਾ ਕੱਲ ਨੂੰ ਨਰਿੰਦਰ ਮੋਦੀ ਵਾਲਾ ਤਜਰਬਾ ਫੇਲ ਹੋ ਜੇ ਤੇ ਫਿਰ ਸਾਨੂੰ ਇਦੋਂ ਵੀ ਕੱਟੜ ਬੰਦਾ ਕਿਹੜਾ ਚਾਹੀਦਾ? ਉਹ ਚਾਹੀਦਾ ਉਹ ਜੋਗੀ, ਜਿਹਦੀ ਭਾਸ਼ਾ ਤੇ ਕੰਟਰੋਲ ਹੈ, ਜਿਹਦੀ ਭਾਸ਼ਾ ਤੇ ਕੰਟਰੋਲ। ਉਹਨੂੰ ਭੇਜਿਆ ਹੀ ਬਾਹਰਲੀਆਂ ਜਿਹੜੀਆਂ ਸਟੇਟਾਂ 'ਚ ਚੋਣ ਪ੍ਰਚਾਰ ਕਰਨ ਵਾਸਤੇ ਇਸ ਤਰ੍ਹਾਂ ਜ਼ਿਆਦਾ ਹੈ। ਔਰ ਅਗਲੀ ਗੱਲ ਦੇਖੋ, ਉਹਨੇ ਹੁਣ ਉੱਥੇ ਨਾਦਰਸ਼ਾਹੀ ਫਰਮਾਨ ਜਾਰੀ ਕਰਨੇ ਸ਼ੁਰੂ ਕਰਤੇ। ਕੋਈ ਖਬਰ ਨਹੀਂ ਲਾਉਂਗੇ ਜਿਹਦੇ ਵਿੱਚ ਸਰਕਾਰ ਦੀ ਕਰੋਨਾ ਬਾਰੇ ਸਫਲਤਾ ਹੁੰਦੀ ਹੈ। ਕਿਸੇ ਹਸਪਤਾਲ ਦੇ ਉੱਤੇ ਨਹੀਂ ਲੱਗਿਆ ਹੋਊਗਾ ਸਾਡੇ ਕੋਲ ਆਕਸੀਜਨ ਹੈ ਨਹੀਂ, ਇਹ ਨਹੀਂ, ਸਾਰਾ ਕਿਤੇ ਨਹੀਂ ਕੁਛ ਕਰਨਾ। ਬਸ ਜੇ ਕਿਸੇ ਨੇ ਇਲਵਿਲ ਕੀਤੀ ਤਾਂ ਫਿਰ ਦੇਸ਼ ਧਰੋਹੀ ਦਾ ਕੰਮ ਟਾਡਾ ਲਾ ਦਿਆਂਗੇ ਤੁਹਾਡੇ ਤੇ, ਆ ਕੀ ਹੈ ਨੈਸ਼ਨਲ ਸਿਕਿਉਰਿਟੀ ਐਕਟ ਲਾ ਦਿਆਂਗੇ। ਇੰਨਾ ਕੁਛ ਕਰਨ ਵਾਲੇ ਬੰਦੇ ਦੀ ਹੁਣ ਸਥਿਤੀ ਤੁਸੀਂ ਦੇਖ ਲਓ ਉੱਥੇ ਕੀ ਹੈ। ਕਿ ਆਹ ਜਿਹੜੇ ਹੁਣ ਕਈ ਵਾਰੀ ਕਹਿੰਦੇ ਨੇ ਕਿਸਾਨ ਅੰਦੋਲਨ ਦਾ ਅਸਰ ਕੀ ਪਿਆ, ਆ ਪਿਆ ਜੀ ਕਿਸਾਨ ਅੰਦੋਲਨ ਦਾ ਅਸਰ। ਪਰ ਵੋਟਾਂ ਦਾ ਅਸਰ ਵੀ ਦਿਸਣ ਲੱਗ ਪਿਆ ਜੀ। ਕਹਿੰਦੇ ਵੋਟਾਂ ਖਤਮ ਤੇ ਭਾਅ ਵਾਧੂ, ਚੱਕ ਤੇ ਚੌਂਟੇ ਹਰ ਰੋਜ਼ ਮੀਟਰ ਚਲਾਤਾ, ਫਿਰ ਤੇਲ ਵਾਲਾ, ਮਹਿੰਗਾਈ ਵਾਲਾ, ਲੁੱਟ ਵਾਲਾ, ਕਸੁੱਟ ਵਾਲਾ। 48 ਘੰਟੇ ਹੋ ਗਏ ਜੀ ਜਦੋਂ ਮਤਲਬ ਪਤਾ ਲੱਗ ਗਿਆ ਵੀ ਹੁਣ ਵੋਟਾਂ ਪੈ ਗਈਆਂ। ਪਹਿਲਾਂ 24 ਘੰਟੇ ਪਹਿਲਾਂ ਵਾਅਦਾ ਕਰਤਾ ਸੀ। ਪਹਿਲਾਂ ਜਿਹੜਾ ਵਾਅਦਾ ਕੀਤਾ ਸੀਗਾ ਉਹ ਕੀਤਾ ਸੀਗਾ ਇਹਨਾਂ ਨੇ, ਕਰਦੇ ਤਾਂ ਪੈਸਿਆਂ 'ਚ ਹੀ ਹੈ ਪਰ ਕਰਦੇ ਰੋਜ਼ ਹੈ, ਇੱਕ ਦਿਨ ਨਹੀਂ ਗੱਲ ਕਰਦੇ। ਤੇ ਉਹਦੇ 'ਚ ਇਹਨਾਂ ਨੇ ਪੈਟਰੋਲ 15 ਪੈਸੇ ਵਧਾਇਆ ਸੀ ਤੇ ਡੀਜ਼ਲ 18 ਪੈਸੇ ਵਧਾਤਾ। ਅੱਜ ਵੀ ਮੇਰਾ ਖਿਆਲ ਦੇਖ ਲਓ, ਮੇਰਾ ਖਿਆਲ ਅੱਜ ਵੀ ਵਧਾਤਾ ਹੋਣਾ ਹੀ ਛੱਡ ਦੇ, ਠੀਕ ਹੈ ਨਾ। ਅਸਲ ਦੇ ਵਿੱਚ ਜੇ ਆਪਾਂ ਦੇਖੀਏ, ਅੱਜ ਮੈਨੂੰ ਸਵੇਰੇ ਵੀ ਕਿਸੇ ਬੰਦੇ ਨੇ ਕਿਹਾ, ਕਹਿੰਦਾ ਯਾਰ ਮੈਨੂੰ ਇਹ ਪਤਾ ਲੱਗਿਆ ਵੀ ਨੇਪਾਲ 'ਚ ਆਪਣੇ ਨਾਲ ਤੇਲ ਸਸਤਾ ਹੈ। ਮੈਂ ਕਿਹਾ ਜੀ ਹੈਗਾ। ਕਹਿੰਦੇ ਇਹ ਵੀ ਪਤਾ ਲੱਗਿਆ ਵੀ ਨੇਪਾਲ ਦੇ ਵਿੱਚੋਂ ਤੇਲ ਆਪਣਾ ਹੀ ਆਉਂਦਾ, ਭਾਰਤ 'ਚ ਆਉਂਦਾ। ਮੈਂ ਕਿਹਾ ਵੀ ਇਹ ਵੀ ਹੈਗਾ। ਤੇ ਫਿਰ ਕਹਿੰਦਾ ਉੱਥੇ ਸਸਤਾ ਕਿਉਂ? ਫਿਰ ਮੈਂ ਕਿਹਾ ਵੀ ਉੱਥੇ ਜਿਹੜੇ ਕੇਂਦਰੀ ਟੈਕਸ ਹੈ ਨਾ, ਜਾਂ ਜਿਹੜੇ ਸੂਬਿਆਂ ਦੇ ਟੈਕਸ ਹੈ, ਉਹ ਹੈ ਨਹੀਂਗੇ। ਤੇ ਪਾਕਿਸਤਾਨ ਦੀ ਕਰੰਸੀ ਜਿਹੜੀ ਹੈਗੀ ਹੈ, ਸਾਡੇ 1 ਰੁਪਏ ਦੇ 2 ਮਿਲਦੇ ਹੈ। ਤੇ ਤਾਂ ਵੀ ਉੱਥੇ ਤਾਂ ਵੀ ਜਿਹੜਾ ਹੈਗਾ ਮੇਰਾ ਖਿਆਲ 45 ਰੁਪਏ, ਸਾਡੇ 22 ਰੁਪਏ ਬਣਦੇ, ਸਾਡੇ 22 ਰੁਪਏ, ਤੇ ਸਾਡੇ ਹੁਣ 100 ਦੇ ਨੇੜੇ ਪਹੁੰਚ ਗਿਆ। ਹੁਣ ਇਹਨਾਂ ਨੇ ਕੀਤੀ ਤਾਂ ਇਹ ਸੀ ਕਿ ਜੀ ਅਸੀਂ ਜਿਹੜੀਆਂ ਤੇਲ ਕੰਪਨੀਆਂ ਨੂੰ ਇਹ ਅਖਤਿਆਰਾਂ ਦੇਤੇ ਹੈ ਕਿ ਤੁਸੀਂ ਜੇ ਉਹ ਰੇਟਾਂ ਦੇ ਵਿੱਚ ਘਾਟਾ ਵਾਧਾ ਹੋਵੇ ਤੇ ਉਹਦੇ ਹਿਸਾਬ ਨਾਲ ਕਰ ਲਓ। ਲੇਕਿਨ ਤੁਸੀਂ ਚੈੱਕ ਕਰੋਗੇ ਨੈਟ ਦੇ ਉੱਤੇ, ਤੁਸੀਂ ਦੇਖੋਗੇ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਡਾਊਨ ਹੈ ਜੀ। ਹਾਂ, ਉੱਥੇ ਡਾਊਨ ਹੈ, ਇੱਥੇ ਅਪ ਹੈ। ਇਹਦਾ ਮਤਲਬ ਇੱਥੇ ਤਾਂ ਫਿਰ ਢਿੱਲੋਂ ਸਾਹਿਬ ਅੱਪ ਤਾਂ ਆਏ ਨਾ। ਹੁਣ ਮੈਂ ਤਾਂ ਹੈਰਾਨ ਆ, ਮੈਂ ਵੇਖ ਰਹੀ ਪਤਾ ਨਹੀਂ ਟਵੀਟ ਕਿੰਨਾ ਕਿ ਸੱਚਾ ਕਿ ਝੂਠਾ। ਖਾੜੀ ਦੇਸ਼ ਚੋਂ ਆਪਣੇ ਆਕਸੀਜਨ ਦੇ ਸਿਲੰਡਰ ਆਏ, ਕੰਟੇਨਰ, ਤੇ ਮਾਂ ਦੇ ਪੁੱਤ ਰਿਲਾਇੰਸ ਵਾਲੇ ਉੱਤੇ ਆਪਦਾ ਪੋਸਟਰ ਲਾਈ ਜਾਂਦੇ। ਤੇ ਉੱਥੋਂ ਦੇ ਸ਼ੇਖ ਨੇ ਕਿਹਾ, ਕਹਿੰਦਾ ਕੋਈ ਨਹੀਂ, ਲੋਕਾਂ ਦੀ ਜਾਨ ਬਚਾ ਲਓ, ਤੁਸੀਂ ਤਾਂ ਸ਼ਰਮ ਜਿਹੜੀ ਲਾਉਣੀ ਲਾ ਲਈ। ਕਹਿੰਦਾ ਹੋਰ 2 ਪੋਸਟਰ ਆਪਦੇ ਲਾ ਲਓ। ਤੁਸੀਂ ਦਾਨੇਵਾਲੀਆ ਸਾਹਿਬ ਤੁਸੀਂ ਦੇਖੋ ਵੀ ਆਪਾਂ ਜਦੋਂ ਪਹਿਲੇ ਦਿਨ ਗਏ ਹਾਂ, ਆਪਾਂ ਵੈਕਸੀਨ ਲਵਾ ਕੇ ਆਏ ਹਾਂ ਜੀ। ਆਪਾਂ ਨੂੰ ਜਿਹੜਾ ਉਹਨਾਂ ਨੇ ਸਰਟੀਫਿਕੇਟ ਦਿੱਤਾ ਸੀ,
ਸਾਰਿਆਂ ਨੂੰ ਉਹਨਾਂ ਨੂੰ ਪਤਾ ਸੀ ਵੀ ਇਹ ਮੀਡੀਆ ਵਾਲੇ, ਉਹਦੇ ਤੇ ਕਿਸੇ ਦੀ ਫੋਟੋ ਨਹੀਂ ਸੀ ਨਾ। ਕੱਲ ਮੈਂ ਆਪਣੀ ਵਾਈਫ ਦੇ ਇੰਜੈਕਸ਼ਨ ਨਹੀਂ ਹੁਣ ਆਉਣ ਲੱਗ ਪਏ ਜੀ, ਮੇਰੇ ਵਾਲੇ ਤੇ ਦੂਜੇ ਤੇ ਹੈਗਾ, ਦੂਜੇ ਤੇ ਤੁਹਾਡੇ ਵਾਲੇ ਤੇ ਹੈਗਾ। ਤੇ ਹੁਣ ਉਹ ਆਉਣ ਲੱਗ ਗਿਆ। ਹੁਣ ਕਹਿੰਦੇ ਵੀ ਉਹ ਵੈਕਸੀਨ ਜਿਹੜੀ ਹੈਗੀ ਹੈ ਸਾਇੰਸਦਾਨਾਂ ਨੇ ਤਿਆਰ ਕੀਤੀ ਹੈ, ਜਿਹੜਾ ਪੂਨਾ ਵਾਲਾ ਆਧਾਰ ਪੂਨਾ ਵਾਲਾ ਦੀ ਜਿਹੜੀ ਸੀਰਮ ਕੰਪਨੀ ਆ ਉਹ ਬਣਾ ਰਹੀ ਹੈ, ਜਿਹੜਾ ਉਹਦੇ ਵਾਸਤੇ ਪੈਸਾ ਦਿੱਤਾ ਉਹ ਕੇਂਦਰੀ ਖਜ਼ਾਨੇ 'ਚ ਦਿੱਤਾ ਜੀ ਜੀ। ਤੇ ਨਰਿੰਦਰ ਮੋਦੀ ਸਾਹਿਬ ਦੀ ਜਿਹੜੀ ਉਹ ਟੈਗੋਰ ਸਾਹਿਬ ਵਾਲੀ ਫੋਟੋ ਹੈ ਉਹਦੇ ਤੇ ਸ਼ਸ਼ੋਭਤ ਹੈ, ਉਹ ਕਾਹਦੀ ਖਾਤਰ ਜੀ। ਮਤਲਬ ਇਹ ਕਿ ਤੁਸੀਂ ਇਹ ਜਿਹੜਾ ਦੁਖਾਂਤ ਹੈ, ਦੁਖਾਂਤ ਦੇ ਵਿੱਚੋਂ ਵੀ ਪਬਲਿਸਿਟੀ, ਇਹਨੂੰ ਕਹਿੰਦੇ ਲਾਸ਼ਾਂ ਤੇ ਹੋ ਰਹੀ ਰਾਜਨੀਤੀ। ਹੁਣ ਕਹਿੰਦੇ ਨਹੀਂ, ਉਹ ਇੱਕ ਕਿਹੜਾ ਉਹਨੇ ਬੀਬੀ ਨੇ ਵੀ ਕਹਿਤਾ ਸੀ, ਕਹਿੰਦੇ ਫਿਰ ਜੇ ਕਹਿੰਦੇ ਕੋਈ ਨਹੀਂ, ਜੇ ਕਰੋਨਾ ਦੇ ਸਰਟੀਫਿਕੇਟ ਦੇ ਉੱਤੇ ਤੁਸੀਂ ਆਪਦੀ ਫੋਟੋ ਲਾਉਣੇ ਹੋ ਤੇ ਮਰਨ ਵਾਲਿਆਂ ਦਾ ਜਿਹੜਾ ਡੈਥ ਸਰਟੀਫਿਕੇਟ ਆ ਉਹ ਤੇ ਵੀ ਲਾ ਦਿਓ। ਲਾ ਦੇਣਗੇ ਇਹਦਾ ਕੋਈ ਇਤਬਾਰ ਨਹੀਂ, ਲਾ ਦੇਣਗੇ। ਉਹ ਕਹਿਣਗੇ ਜੀ ਪਬਲਿਸਿਟੀ ਹੋਣੀ ਚਾਹੀਦੀ ਹੈ, ਨੈਗੇਟਿਵ ਹੋ ਜਾਏ ਵੀ ਕਿ ਪਬਲਿਸਿਟੀ ਹੈ ਨਾ। ਇਹ ਲੋਕ ਨੈਗੇਟਿਵ ਨੂੰ ਵੀ ਪੋਜ਼ਿਟਿਵ ਦੇ ਵਿੱਚ ਤਬਦੀਲ ਕਰਨ ਜਾਣਦੇ। ਆ ਜਿਵੇਂ ਜਿਸ ਢੰਗ ਦੇ ਨਾਲ ਤੇਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਜੀ, ਇਹਦਾ ਮਤਲਬ ਹੈ ਕਿ ਜਿੰਨੀ ਦੇਰ ਚੋਣ ਪ੍ਰਚਾਰ ਚੱਲਿਆ, ਚੋਣ ਪ੍ਰਚਾਰ ਦੇ ਵਿੱਚ ਇਹ ਕਹਿੰਦੇ ਸੀ ਮਮਤਾ ਬੈਨਰਜੀ ਤੁਹਾਡੇ ਨਾਲ ਖਿਲਵਾੜ ਕਰਦੀ ਹੈ, ਤੁਹਾਡੇ ਨਾਲ ਕੇਰਲਾ ਵਾਲੇ ਖਿਲਵਾੜ ਕਰਦੇ, ਲੇਕਿਨ ਸਭ ਤੋਂ ਵੱਡਾ ਖਿਲਵਾੜ ਤਾਂ ਤੁਸੀਂ ਕੀਤਾ। ਚੋਣਾਂ ਹੋਣ ਤੋਂ ਪਹਿਲਾਂ ਵੀ ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਰਹੀਆਂ, ਚੋਣਾਂ ਤੋਂ ਬਾਅਦ ਵੀ, ਲੇਕਿਨ ਚੋਣਾਂ ਦੇ ਸਮੇਂ ਦੇ ਵਿੱਚ ਕਿਤੇ ਕੋਈ ਨਹੀਂ ਸੀ। ਚੋਣਾਂ ਦੇ ਸਮੇਂ ਤੋਂ ਪਹਿਲਾਂ ਵੀ ਤੁਸੀਂ ਕਹਿੰਦੇ ਹੋ ਜੀ ਮਾਸਕ ਲਾਓ, ਚੋਣਾਂ 'ਚ ਫਿਰ ਲਾ ਦਿਓ, 2 ਗਜ ਦੀ ਦੂਰੀ ਬਣਾ ਕੇ ਰੱਖੋ, ਚੋਣਾਂ ਦੇ ਵਿੱਚ ਤੁਸੀਂ ਆਪ ਹੀ ਲਾ ਦਿਓ। ਮਤਲਬ ਤੁਸੀਂ ਇਹ ਦੇਖੋ ਕਿ ਇੰਨੀ ਪ੍ਰਧਾਨ ਮੰਤਰੀ ਆਪਾਂ ਬਹੁਤ ਦੇਖੇ ਹੈ, ਲੇਕਿਨ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਇੰਨਾ ਹਲਕੇ ਪੱਧਰ ਦੇ ਉੱਤੇ ਜਾਊਗਾ ਇਹ ਕਦੇ ਨਹੀਂ ਦੇਖਿਆ। ਕਿ ਤੁਸੀਂ ਆਪਣੀਆਂ ਤਸਵੀਰਾਂ ਘੱਟੋ ਘੱਟ ਮਰਗਾਂ ਵਾਲੇ ਮਾਮਲੇ ਤਾਂ ਛੱਡ ਦਿਓ, ਇਹ ਤਾਂ ਜਿਨ੍ਹਾਂ ਨੂੰ ਹੁਣ ਪਤਾ ਵੀ ਕਰੋਨਾ ਦਾ ਕੇਸ ਹੋ ਗਿਆ ਜੀ, ਅੱਜ ਦਾਨੇਵਾਲ ਸਾਹਿਬ ਚੀਕਾਂ ਨਿਕਲੀਆਂ ਪਈਆਂ, ਮੇਰਾ ਖਿਆਲ ਹੈ ਵੀ ਰਿਕਾਰਡਡ ਬੰਦੇ ਮਰੇ ਅੱਜ। ਅੱਛਾ ਜੀ। ਅੱਜ ਇੰਨੀਆਂ ਜ਼ਿਆਦਾ ਮੌਤਾਂ ਹੋ ਰਹੀਆਂ। ਮੈਨੂੰ ਆਹੀ ਜਿਹੜੀ ਹੁਣ ਆਪਾਂ ਖਬਰ ਡਿਸਕਸ ਕਰਕੇ ਕਈ ਪੱਤਰਕਾਰਾਂ ਨੇ ਕਿਹਾ ਕਿ ਜੀ ਪਹਿਲਾਂ ਤਾਂ ਅਸੀਂ ਵੀ ਨਹੀਂ ਮੰਨਦੇ ਸੀ ਵੀ ਵੈਕਸੀਨ ਦਾ ਤਾਂ ਗੜਬੜਾ ਕੋਈ, ਤੇ ਹੁਣ ਤਾਂ ਬੇਨਤੀ ਕਰੋ। ਐਂ ਬੰਦੇ ਤਾਂ ਐਂ ਡਿੱਗੀ ਜਾਂਦੇ ਆ ਵੀ ਕੋਈ ਪਤਾ ਹੀ ਨਹੀਂ। ਉਹੀ ਜਿਹੜੀ ਪੁਰਾਣੀ ਆਪਾਂ ਜ਼ਿਕਰ ਕਰਦੇ ਹੁੰਦੇ ਆ, ਤੁਹਾਡੀ ਪਲੇਗ ਵਾਲੀ ਉਹ ਹਾਲਾਤ ਪੈਦਾ ਹੋ ਗਏ। 5-5 ਹਜ਼ਾਰ ਦਾ ਮੋਢਾ ਲਾਉਣ ਦਾ ਲੈਣ ਹੀ ਲੱਗ ਪਏ ਫਿਰ। ਹਾਂਜੀ 5 ਤੋਂ 10,000 ਰੁਪਇਆ ਢਿੱਲੋਂ ਸਾਹਿਬ ਮੋਢਾ ਲਾਉਣ ਦਾ ਲੈਂਦੇ, ਜਿਨ੍ਹਾਂ ਦੇ ਘਰੇ ਕੋਈ ਚੱਕਦਾ ਨਹੀਂ। ਬਿਲਕੁਲ ਠੀਕ ਹੈ। ਉਹ ਜਿਵੇਂ ਪਹਿਲਾਂ ਉਹ ਰਾਸ਼ੀ ਵਾਲੀ ਸੀ, ਰਾਮ ਸੱਤ ਕਰਾ ਲਓ। ਹਾਂ, ਉਹ ਰਾਮ ਸੱਤ ਕਰਨ ਦਾ ਹੁਣ 5,000 ਦੇਣਾ ਪੈਂਦਾ। 5 ਤੋਂ 10 ਹੈ ਜੀ। ਤੇ ਜਿਹੜਾ ਮੰਜੇ ਤੇ ਪਾਉਣ ਦਾ ਰਾਮ ਚ ਪਾਉਣਾ ਉਹ 35,000 ਹੋ ਗਿਆ। 35,000 ਦਾ ਠੀਕ ਹੈ। ਦੱਸੋ ਕੀ ਕਰੋਗੇ? ਕੋਈ ਹੈ ਇੱਥੇ ਐਡੀ ਦਰਦਨਾਕ ਹਾਲਤ ਦੇ ਵਿੱਚੋਂ ਸਾਨੂੰ ਲੰਘਣਾ ਪਊ, ਇਹ ਕਦੇ ਸੋਚਿਆ ਤੇ ਸਾਨੂੰ ਕੋਈ ਫਿਕਰ ਹੀ ਨਹੀਂ ਨਾ ਹੈ। ਅਸੀਂ ਤਾਂ ਭਾਸ਼ਣ ਕਰ ਰਹੇ ਹਾਂ। ਭਾਸ਼ਣ ਵੀ ਛੱਡੋ ਜੀ, ਮਜ਼ਾਕ ਉਡਾ ਰਹੇ। ਨਹੀਂ ਹੁਣ ਤਾਂ ਹੋਰ ਦੇਖੋ ਨਾ ਤੁਸੀਂ, ਜਿਹੜੀ ਉਹ ਆਪਣੀ ਪਾਰਲੀਮੈਂਟ ਦੀ ਨਵੀਂ ਇਮਾਰਤ ਬਣ ਰਹੀ ਹੈ। ਹਾਂ ਨਾ, ਘਰ ਨਵਾਂ ਬਣ ਗਿਆ ਜੀ, ਆਪਦਾ ਘਰ ਨਵਾਂ ਬਣਾਈ ਜਾਂਦਾ। ਕਹਿੰਦੇ 2022 ਤੋਂ ਪਹਿਲਾਂ ਵੜਨਾ, ਘਰ ਬਣਾ ਦਿਓ ਕਹਿੰਦਾ ਮੈਨੂੰ। ਹਾਂ 2022 ਚ ਨਵੇਂ ਘਰ ਚ ਵੜਨਾ ਹੈ। ਮਤਲਬ ਕੋਈ ਸਦਰ ਰਹਿ ਨਾ ਜਾਵੇ ਬਸ। ਜਿਵੇਂ ਕਹਿੰਦੇ ਹੁੰਦਾ ਨਾ ਵੀ ਉਹ ਧਿਆਏ ਨੂੰ ਭੁੱਖੇ ਮੂਹਰੇ ਪਾਈ ਬਾਤ ਕਹਿੰਦਾ ਟੁੱਕ ਨਹੀਂ, ਉਹ ਟਕੋਰਾ ਪੀਪੀ ਆਫਰਿਆ ਨਹੀਂ ਆਪਣਾ ਪਿਆਸੇ ਜੱਟ ਕਟੋਰਾ ਲੱਭਿਆ, ਪਾਣੀ ਪੀਪੀ ਆਫਰਿਆ। ਉਹ ਗਾਲੀ ਹੋ ਗਈ ਵੀ ਪਤਾ ਨਹੀਂ ਦੇਖਿਆ ਹੀ ਨਹੀਂ ਸੀ ਕੁਛ, ਤੇ ਪਤਾ ਨਹੀਂ ਸਾਰੇ ਚਾਹ ਹੀ ਪੂਰੇ ਕਰ ਲਓ, ਕਿਉਂਕਿ ਚਾਹ ਵੇਚਦਾ ਸੀ ਨਾ। ਚਾਹ ਤਾਂ ਮੇਰੇ ਖਿਆਲ ਨਹੀਂ ਜੀ, ਉਹ ਵੀ ਤਾਂ ਜਿਹੜੀ ਉਹ ਚਲੋ ਆਪਾਂ ਮੰਨ ਲਓ ਉਹ ਵੀ ਵੇਚੀ ਨਹੀਂ ਨਾ। ਉਹ ਤਾਂ ਇਹ ਆ ਵੀ ਅੱਜ ਬਸ ਜਿਵੇਂ ਕੀ ਆਦੇ ਹੁੰਦੇ ਆਲੇ ਭੋਲੇ ਆ ਗਏ ਵਿਕਣੇ, ਬੁੜਾ ਬੁੜੀ ਦੇ ਸਰਾਣੇ ਬੈਠਾ ਰੋਵੇ। ਤਾਂ ਆਲੇ ਭੋਲੇ ਵਾਲੀ ਹਾਲਤ ਬਣੀ ਵੀ, ਉਮੀਦ ਹੀ ਨਹੀਂ ਸੀ ਕਿ ਕਦੇ ਆਪਾਂ ਇਸ ਮੁਕਾਮ ਤੇ ਪਹੁੰਚ ਜਾਵਾਂਗੇ। ਤੇ ਉਸ ਮੁਕਾਮ ਤੇ ਪਹੁੰਚ ਕੇ ਉਹਦੇ ਨਾਲ ਇਨਸਾਫ ਕਰਨ ਦੀ ਬਜਾਏ ਹੈ ਕਿ ਐਸ਼ੋ ਇਸ਼ਰਤ ਜਿੰਨੀਆਂ ਕਰਨੀਆਂ ਕਰ ਲਓ ਬਸ। ਖਾਲੀ ਥਾਵਾਂ ਤੇ ਹੱਥ ਦਿਖਾ ਲਓ। ਬਿਲਕੁਲ ਜੀ ਬਿਲਕੁਲ। ਸੋ ਚਲੋ ਵਾਹਿਗੁਰੂ ਭਲੀ ਕਰੇ ਜੀ, ਕਰਤਾਰ। ਚਲੋ ਧੰਨਵਾਦ ਤੁਹਾਡਾ ਢਿੱਲੋਂ ਸਾਹਿਬ। ਸੋ ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ।